ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਚੌਥਾ। ਅੰਤਰ ਅਗਿਆਨ ਭਏ ਮਤ ਮੱਧਮ, ਸਤਿਗੁਰ ਕੇ ਪ੍ਰਤੀਤ ਨਾਹੀ। ਅੰਤਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੇ। ਅੰਤਰ ਅਗਿਆਨ ਭਏ ਮਤ ਮੱਧਮ, ਸਤਿਗੁਰ ਕੇ ਪ੍ਰਤੀਤ ਨਾਹੀ। ਅੰਤਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੇ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੇ ਸੁਆਏ ਫਿਰਾਹੇ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੇ। ਮਹੱਲਾ ਚੌਥਾ। ਮਨ ਮੁਖ ਮਾਇਆ ਮੋਹ ਵਿਆਪੈ, ਦੂਜੈ ਭਾਏ ਮਨੁਆ ਥਿਰ ਨਾਹੀ। ਅਣ ਦਿਨ ਜਲਤ ਰਹੇ ਦਿਨ ਰਾਤੇ, ਹਉ ਮੈਂ ਖਪਹਿ ਖਪਾਹੇ। ਅੰਤਰ ਲੋਭ ਮਹਾ ਗੁਬਾਰਾ, ਤਿਨ ਕੈ ਨਿਕਟ ਨ ਕੋਈ ਜਾਹੇ। ਓਏ ਆਪ ਦੁਖੀ ਸੁਖ ਕਬਹੂ ਨ ਪਾਵਹਿ, ਜਨਮ ਮਰਹਿ ਮਰ ਜਾਹੇ। ਨਾਨਕ ਬਖਸ਼ ਲੈ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਪੌੜੇ ਸੰਤ ਭਗਤ ਪ੍ਰਵਾਨ, ਜੋ ਪ੍ਰਭ ਭਾਇਆ। ਸਈ ਬਚਖਨ ਜੰਤ, ਜਿਨੀ ਹਰ ਧਿਆਇਆ। ਅੰਮ੍ਰਿਤ ਨਾਮ ਨਿਧਾਨ, ਭੋਜਨ ਖਾਇਆ। ਸੰਤ ਜਨਾ ਕੇ ਧੂਰ, ਮਸਤਕ ਲਾਇਆ। ਨਾਨਕ ਭੈ ਪੁਨੀਤ, ਹਰ ਤੀਰਥ ਨਾਇਆ। ਅੰਮ੍ਰਿਤ ਨਾਮ ਨਿਧਾਨ, ਭੋਜਨ ਖਾਇਆ। ਸੰਤ ਜਨਾ ਕੇ ਧੂਰ, ਮਸਤਕ ਲਾਇਆ। ਨਾਨਕ ਭੈ ਪੁਨੀਤ, ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੇ ਪ੍ਰਤੀਤ ਨਾਹੀ।
ਅੰਤਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ, ਸੋਰਠ ਕੀ ਬਾਰ ਸ਼ਲੋਕਾਂ ਨਾਲ ਪੌੜੀ 26ਵੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਰਵਣ ਕੀਤੇ ਨੇ ਅੱਜ ਦੇ ਪਵਿੱਤਰ ਪਾਵਨ ਮਹਾਫਰਮਾਨ ਸਤਿਗੁਰੂ ਜੀ ਦਾ ਲੈਣੇ ਹਾਂ ਨਾਮ ਔਰ ਕਰਦੇ ਹਾਂ ਸ਼ੁਰੂ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਵਾਰਤਾ। ਅੱਜ ਦਾ ਪਵਿੱਤਰ ਮਹਾਫਰਮਾਨ ਸੋਰਠ ਦੀ ਵਾਰ ਦੀ 24ਵੀਂ ਪੌੜੀ ਦੇ ਵਿੱਚੋਂ ਸਲੋਕਾਂ ਨਾਲ ਬਖਸ਼ਿਸ਼ ਹੋਇਆ ਹੈ। ਪਾਤਸ਼ਾਹ ਚੌਥੇ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਅੱਜ ਦੇ ਪਵਿੱਤਰ ਮਹਾਫਰਮਾਨ ਦੀ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਬਖਸ਼ਿਸ਼ਨਾ ਹੈ। ਪਵਿੱਤਰ ਮਹਾਫਰਮਾਨ ਦੀ ਰਾਗਾਂ ਦੇ ਵਿੱਚ ਰਾਗ ਗਾਇਨਾ ਵਿਧੀ ਰਾਗ ਸੋਰਠ ਹੈ। ਅਗਰ ਕੋਈ ਰਾਗੀ ਜਨ, ਕੋਈ ਗਾਇਕ ਜਨ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਗਾਇਨਾ ਕਰਨੀ ਚਾਹੁਣ ਤਾਂ ਸਤਿਗੁਰਾਂ ਵੱਲੋਂ ਮਿੱਥਿਆ ਹੁਕਮਨ ਰਾਗ ਰਾਗ ਸੋਰਠ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸ਼ੁਭ ਅੰਗ ਨੰਬਰ 652 652 ਹੈ, ਜਿੱਥੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਸੁਭਾਇਮਾਨ ਨੇ। ਸਲੋਕਾਂ ਦੇ ਵਿੱਚ ਕਿਉਂਕਿ ਰਹਾਉ ਦੀ ਮੁਬਾਰਕ ਪੰਕਤੀ ਨਹੀਂ ਹੁੰਦੀ, ਪਰ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਨਾਮ ਦੀ ਵਰਤੋਂ ਹੈ, ਉਸੇ ਹੀ ਪਵਿੱਤਰ ਪੰਕਤੀ ਨੂੰ ਆਪਾਂ ਰਹਾਉ ਦੀ ਕੇਂਦਰੀ ਭਾਵ ਦੀ ਪੰਕਤੀ ਮੰਨ ਕੇ ਚੱਲਾਂਗੇ। ਸਤਿਗੁਰਾਂ ਨੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਅੰਤਰ ਅਗਿਆਨਤਾ ਦੀ ਗੱਲ ਕੀਤੀ ਹੈ, ਜਿਸ ਦਾ ਸਿੱਟਾ ਹੈ ਖਪਹਿ ਖਪਾਹੀ। ਅਸਲ ਦੇ ਵਿੱਚ ਮਨੁੱਖ ਦੀ ਅਗਿਆਨਤਾ ਹੀ ਉਸ ਦੀ ਬਰਬਾਦੀ ਦਾ ਕਾਰਨ ਹੈ, ਔਰ ਅਗਿਆਨੀ ਮਨੁੱਖ ਹਰ ਪੱਖੋਂ ਹੀ ਬਰਬਾਦ ਹੈ। ਜੇ ਦੁਨਿਆਵੀ ਤੌਰ ਉੱਪਰ ਉਸ ਦੇ ਕੋਲ ਦੁਨੀਆ ਦਾ ਗਿਆਨ ਨਹੀਂ ਤਾਂ ਸਰੀਰਕ ਰੂਪ ਦੇ ਵਿੱਚ ਉਹ ਬਰਬਾਦ ਹੈ। ਦੁਨਿਆਵੀ ਗਿਆਨ ਨਹੀਂ ਤਾਂ ਸਰੀਰਕ ਰੂਪ ਦੇ ਵਿੱਚ ਲੋਕ ਉਸ ਨੂੰ ਲੁੱਟ ਖਸੁੱਟ ਲੈਣਗੇ, ਔਰ ਜੇ ਅੰਤਰ ਅਗਿਆਨਤਾ ਹੈ ਤਾਂ ਵਿਕਾਰ ਲੁੱਟ ਖਸੁੱਟ ਮਚਾ ਦੇਣਗੇ। ਅੰਤਰ ਅਗਿਆਨਤਾ ਪਰਮਾਤਮਾ ਦੀ ਰਾਹ ਦੇ ਵਿੱਚ ਬਹੁਤ ਵੱਡੀ ਰੁਕਾਵਟ ਹੈ। ਅੰਤਰ ਅਗਿਆਨਤਾ ਦੀ ਸਭ ਤੋਂ ਵੱਡੀ ਜਨਮਦਾਤੀ ਹਉਮੈ ਹੈ। ਅੰਤਰ ਅਗਿਆਨਤਾ ਦੇ ਕਾਰਨ ਹੀ ਮਨੁੱਖ ਹਉਮੈ ਦੇ ਵਿੱਚ ਹੈ, ਕਿਉਂਕਿ ਸਤਿਗੁਰਾਂ ਨੇ ਮਨੁੱਖ ਦਾ ਆਤਮਿਕ ਸੰਬੰਧ ਉਸ ਪਰਮਾਤਮਾ ਦੇ ਨਾਲ ਜੋੜਿਆ ਹੀ ਇਸ ਪੱਖੋਂ ਹੈ ਕਿ ਮਨੁੱਖ ਅਗਿਆਨ ਦੀ ਗੱਲ ਸਮਝ ਸਕੇ। ਪਰਮਾਤਮਾ ਅਕਾਲ ਪੁਰਖ ਦੀ ਗੱਲ ਨੂੰ ਜਾਣਨਾ ਹੀ ਗਿਆਨ ਦੀ ਗੱਲ ਹੈ, ਔਰ ਇਹ ਗਿਆਨ ਅੰਤਰ ਗਿਆਨ ਹੈ। ਇਸ ਅੰਤਰ ਗਿਆਨ ਦਾ ਬਾਹਰਲੇ ਵਿਗਿਆਨ ਦੇ ਨਾਲ ਜਾਂ ਬਾਹਰਲੀਆਂ ਗਿਆਨ ਦੀਆਂ ਅਵਸਥਾਵਾਂ ਦੇ ਨਾਲ ਕੇਵਲ ਇੰਨਾ ਕੋਈ ਸੰਬੰਧ ਹੈ ਕਿ ਜਿਸ ਦੇ ਅੰਤਰ ਅਗਿਆਨਤਾ ਹੈ, ਉਹ ਮਨੁੱਖ ਬਾਹਰਲੇ ਸੰਸਾਰ ਦੇ ਵਿੱਚ ਵਿਨਾਸ਼ਮਾਨਤਾ ਨੂੰ ਨਹੀਂ ਸਮਝ ਸਕਦਾ, ਪਰ ਜਿਸ ਦੇ ਅੰਦਰ ਗਿਆਨ ਹੈ ਉਹ ਬਾਹਰਲੀ ਵਿਨਾਸ਼ ਅਵਸਥਾ ਨੂੰ ਸਮਝਦਾ ਹੈ। ਅੰਤਰ ਅਗਿਆਨੀ ਜੋਨੀਆਂ 'ਚ ਭਟਕਦਾ ਹੈ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਮੁਤਾਬਕ, ਔਰ ਅੰਤਰ ਜਿਸ ਦੇ ਗਿਆਨ ਹੈ ਉਹ ਸੰਸਾਰ ਦੇ ਵਿੱਚ ਜੋਨੀਆਂ ਦੇ ਭਟਕਣ ਤੋਂ ਆਪਣੀ ਜਨਮ ਨੂੰ ਨਿਜਾਤ ਪਵਾ ਜਾਂਦਾ ਹੈ ਔਰ ਆਪਣੇ ਆਪ ਨੂੰ ਪਰਮਾਤਮਾ ਦੇ ਹਵਾਲੇ ਕਰ ਦਿੰਦਾ ਹੈ ਲੀਨ ਅਵਸਥਾ ਦੇ ਵਿੱਚ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਇਹ ਪਹਿਲੀ ਮੁਬਾਰਕ ਪੰਕਤੀ ਹੈ, ਜਿੱਥੇ ਸਤਿਗੁਰਾਂ ਨੇ ਇੱਕੋ ਹੀ ਪੰਕਤੀ ਦੇ ਵਿੱਚ ਅਨੇਕਾਂ ਹੀ ਗੱਲਾਂ ਸਮਝਾ ਦਿੱਤੀਆਂ ਨੇ। ਪਹਿਲੀ ਗੱਲ ਅੰਤਰ ਅਗਿਆਨਤਾ ਦੀ ਹੈ। ਅੰਤਰ ਅਗਿਆਨਤਾ ਕਿਸ ਗੱਲ ਦੀ ਹੈ ਔਰ ਕਿਉਂ ਹੈ? ਇਸ ਦਾ ਕਾਰਨ ਹੈ ਭਈ ਮਤ ਮੱਧਮ। ਮੱਧਮ ਨੂੰ ਗੁਰਮਤ ਦੇ ਵਿੱਚ ਦੋ ਕਿਸਮ ਦੇ ਨਾਲ ਲਿਆ ਗਿਆ ਹੈ। ਇੱਕ ਮੱਧਮ ਹੈ ਡਿਮ, ਜਿਸ ਨੂੰ ਆਪਾਂ ਕਹਿੰਦੇ ਹਾਂ, ਅੰਗਰੇਜ਼ੀ ਦੇ ਵਿੱਚ ਵੀ ਆਪਾਂ ਡਲ ਐਂਡ ਡਿਮ ਕਿਹਾ। ਜਿਸ ਤਰ੍ਹਾਂ ਘਰ ਦੇ ਵਿੱਚ ਕੋਈ ਬੱਤੀ ਥੋੜ੍ਹੀ ਜਿਹੀ ਘੱਟ ਹੋ ਜਾਵੇ, ਉਸ ਨੂੰ ਆਪਾਂ ਕਹਿੰਦੇ ਮੱਧਮ ਹੋ ਗਈ ਹੈ। ਇੱਕ ਮੱਧਮ ਹੈ ਵਿਚਕਾਰਲਾ। ਇੱਥੇ ਮੱਧਮ ਵਿਚਕਾਰਲਾ ਕਿਸ ਕਿਸਮ ਦੇ ਨਾਲ ਵਰਤਿਆ ਗਿਆ ਹੈ, ਜਿਹਨੂੰ ਆਪਾਂ ਵਿਚਕਾਰਲਾ ਮੇਲ ਕਹਿੰਦੇ ਹਾਂ। ਵਿਚਕਾਰਲਾ ਮੇਲ ਕਿਹੜਾ ਹੁੰਦਾ ਹੈ? ਜਿੱਥੇ ਮਨੁੱਖ ਦੀ ਮਤ ਨਾ ਇੱਧਰ ਹੋਵੇ ਨਾ ਉੱਧਰ ਹੋਵੇ, ਦੋ ਚਿੱਤੀ ਦੀ ਅਵਸਥਾ। ਕਿਉਂਕਿ ਜਿਹੜਾ ਸੰਸਾਰਕ ਜੀਵ ਹੈ ਨਾ,
ਉਹ ਦੋ ਚਿੱਤੀ ਦੀ ਅਵਸਥਾ ਦੇ ਵਿੱਚ ਹੈ। ਦੋ ਚਿੱਤੀ ਦੀ ਅਵਸਥਾ ਕਦੀ ਵੀ ਮਨੁੱਖ ਨੂੰ ਪਰਮਾਤਮਾ ਦਾ ਸਿਮਰਨ ਨਹੀਂ ਕਰਨ ਦਿੰਦੀ। ਪਰਮਾਤਮਾ ਹੈ ਕਿ ਨਹੀਂ ਹੈ, ਇਹ ਦੋ ਚਿੱਤੀ ਦੀ ਅਵਸਥਾ ਹੈ। ਅੰਮ੍ਰਿਤ ਛਕਾਂ ਕਿ ਨਾ ਛਕਾਂ, ਇਹ ਦੋ ਚਿੱਤੀ ਦੀ ਅਵਸਥਾ ਹੈ। ਆ ਖਾਵਾਂ ਕਿ ਉਹ ਨਾ ਖਾਵਾਂ, ਇਹ ਦੋ ਚਿੱਤੀ ਦੀ ਅਵਸਥਾ ਹੈ। ਕੇਸ ਰੱਖਾਂ ਕਿ ਨਾ ਰੱਖਾਂ, ਇਹ ਦੋ ਚਿੱਤੀ ਦੀ ਅਵਸਥਾ ਹੈ। ਲੇਕਿਨ ਦੋ ਚਿੱਤੀ ਦੀ ਹਰ ਅਵਸਥਾ ਦੇ ਵਿੱਚ ਮਨੁੱਖ ਦੇ ਕੋਲ ਇੱਕ ਸਰੀਰਕ ਸਿਆਣਪ ਹੈ, ਇੱਕ ਬਾਹਰਲੀ ਸਿਆਣਪ ਹੈ ਕਿ ਆਪਣੀ ਇਸ ਦੋ ਚਿੱਤੀ ਨੂੰ ਛੁਪਾਉਣ ਦੇ ਲਈ ਉਹ ਆਪਣੀ ਦੁਨਿਆਵੀ ਸਿਆਣਪ ਵਰਤਦਾ ਹੈ। ਕੇਸ ਰੱਖਾਂ ਕਿ ਨਾ ਰੱਖਾਂ, ਇਹ ਉਸ ਦੀ ਮਨ ਦੀ ਦੋ ਚਿੱਤੀ ਹੈ। ਲੇਕਿਨ ਦੋ ਚਿੱਤੀ ਨੂੰ ਛੁਪਾਉਣ ਦੇ ਲਈ ਕਰਦਾ ਕੀ ਹੈ? ਬਹਾਨਾ ਬਣਾਉਂਦਾ ਕਿ ਅਜੇ ਮਿਹਰ ਨਹੀਂ ਹੋਈ, ਅਜੇ ਬਖਸ਼ਿਸ਼ ਨਹੀਂ ਹੋਈ। ਇਹ ਉਸ ਦੀ ਦੁਨਿਆਵੀ ਸਿਆਣਪ ਹੈ। ਅਨਿਅਥਾ ਜੇ ਦੁਨਿਆਵੀ ਸਿਆਣਪ ਨੂੰ ਦੁਨਿਆਵੀ ਤੌਰ ਤਰੀਕਿਆਂ ਤੱਕ ਹੀ ਸੀਮਿਤ ਕਰਕੇ ਅੰਤਰ ਗਿਆਨ ਦੀ ਅਵਸਥਾ ਨੂੰ ਉਹ ਸਮਝ ਜਾਂਦਾ ਤਾਂ ਜੋ ਦੁਚਿੱਤੀ ਮਿਟ ਜਾਣੀ ਸੀ, ਦੁਚਿੱਤੀ ਹੋਣੀ ਹੀ ਨਹੀਂ ਸੀ। ਦੁਚਿੱਤੀ ਦੀ ਜਿਹੜੀ ਅਵਸਥਾ ਹੈ ਉਹ ਮਨੁੱਖ ਨੂੰ ਹਮੇਸ਼ਾ ਦੁਚਿੱਤੀ ਦੇ ਵਿੱਚ ਪਾ ਕੇ ਕਿਸੇ ਇੱਕ ਫੈਸਲੇ 'ਤੇ ਨਹੀਂ ਪਹੁੰਚਣ ਦੇਵੇਗੀ। ਜਿਹੜਾ ਮਨੁੱਖ ਕਦੀ ਵੀ ਇੱਕ ਫੈਸਲੇ 'ਤੇ ਨਹੀਂ ਪਹੁੰਚੇਗਾ ਉਹ ਮਝਦਾਰ ਦੇ ਮੱਧਮ ਯਾਨੀ ਕਿ ਵਿਚਕਾਰਲੀ ਅਵਸਥਾ ਦੇ ਵਿੱਚ ਡੁੱਬੇਗਾ ਹੀ ਡੁੱਬੇਗਾ। ਨਹੀਂ ਫੈਸਲਾ ਲੈ ਸਕਿਆ, ਜਿਵੇਂ ਇੱਕ ਖਰਗੋਸ਼ ਸੜਕ ਪਾਰ ਕਰਦਿਆਂ ਸਾਹਮਣੇ ਆ ਰਹੀ ਕਾਰ ਦੇ ਥੱਲੇ ਕਿਉਂ ਆ ਗਿਆ? ਕਿਉਂਕਿ ਫੈਸਲਾ ਨਹੀਂ ਲੈ ਸਕਿਆ ਕਿ ਅੱਗੇ ਜਾਵਾਂ ਜਾਂ ਪਿੱਛੇ ਜਾਵਾਂ। ਔਰ ਕਿਸੇ ਪਾਸੇ ਵੱਲ ਵੀ ਚਲਾ ਜਾਂਦਾ ਤਾਂ ਹੋ ਸਕਦਾ ਬਚ ਜਾਂਦਾ, ਅੱਗੇ ਚਲਾ ਜਾਂਦਾ ਜਾਂ ਪਿੱਛੇ ਚਲਾ ਜਾਂਦਾ। ਕਿਸੇ ਪਾਸੇ ਵੱਲ ਜਾ ਨਹੀਂ ਸਕਿਆ ਕਿਉਂਕਿ ਦੁਚਿੱਤੀ ਮਨੁੱਖ ਨੂੰ ਕਿਸੇ ਪਾਸੇ ਵੱਲ ਵੀ ਨਹੀਂ, ਜਾਂ ਇਸ ਪਾਰ ਜਾਂ ਉਸ ਪਾਰ ਕਿਸੇ ਪਾਸੇ ਵੱਲ ਵੀ ਨਹੀਂ ਲਗਾਵੇਗੀ। ਲੇਕਿਨ ਕਿਉਂਕਿ ਗੁਰਮਤਿ ਦਾ ਸੰਬੰਧ ਅੰਤਰ ਗਿਆਨ ਦੀ ਗੱਲ ਸਤਿਗੁਰ ਨੇ ਕਰਕੇ ਅੰਤਰ ਅਵਸਥਾ ਭਾਵ ਆਤਮਕ ਅਵਸਥਾ ਦੀ ਕੀਤੀ ਹੈ, ਇਸ ਕਰਕੇ ਇੱਥੇ ਮੱਧਮ ਦੁਚਿੱਤੀ ਕਿਸ ਗੱਲ ਦੀ ਹੈ? ਇੱਥੇ ਜਿਹੜੀ ਧਾਰਮਿਕ ਦੁਚਿੱਤੀ ਹੈ ਮਨੁੱਖ ਨੂੰ ਉਹ ਭੈੜੇਪਣ ਵੱਲ ਲੈ ਜਾਏਗੀ। ਕਿਉਂਕਿ ਫਿਰ ਮਨੁੱਖ ਸੋਚੇਗਾ ਇੱਕ ਤਾਂ ਉਹ ਬਹਾਨਾ ਬਣਾ ਰਿਹਾ ਕਿ ਅਜੇ ਮੇਰੇ 'ਤੇ ਵਾਹਿਗੁਰੂ ਦੀ ਕਿਰਪਾ ਨਹੀਂ ਹੋਈ, ਇਸ ਕਰਕੇ ਕੇਸ ਨਹੀਂ ਰੱਖੇ। ਹੁਣ ਜਦ ਉਸ ਨੇ ਧਰਮ ਦੇ ਲਈ ਅਵਗਿਆਕਾਰੀ ਹੀ ਲਈ, ਧਰਮ ਦੇ ਲਈ ਉਸ ਨੇ ਆਪਣੇ ਆਪ ਨੂੰ ਗੁਨਾਹ ਦੇ ਪ੍ਰਤੀ ਸਮਝਾ ਹੀ ਲਿਆ ਕਿ ਅਜੇ ਬਖਸ਼ਿਸ਼ ਨਹੀਂ ਹੋਈ, ਤਾਂ ਫਿਰ ਉਹ ਹੋਰ ਵੀ ਗੁਨਾਹ ਕਰੇਗਾ। ਕਿਉਂਕਿ ਗੁਨਾਹਗਾਰ ਮਨੁੱਖ ਜਿਹੜਾ ਨਾ, ਕਦੀ ਵੀ ਆਪ ਜ਼ਿੰਦਗੀ ਦੇ ਵਿੱਚ ਨੋਟ ਕਰਨਾ ਕਿ ਜਿਸ ਵਕਤ ਇੱਕ ਗੁਨਾਹ ਕਰ ਲਿਆ ਜਾਂਦਾ ਨਾ, ਫਿਰ ਦੂਸਰਾ ਗੁਨਾਹ ਕਰਨ ਲੱਗਿਆਂ ਵੀ ਕੋਈ ਇਤਰਾਜ਼ ਨਹੀਂ ਹੁੰਦਾ। ਦੂਸਰਾ ਗੁਨਾਹ ਕਰਨ ਲੱਗਿਆਂ ਕੋਈ ਇਤਰਾਜ਼ ਨਹੀਂ, ਫਿਰ ਤੀਸਰਾ ਗੁਨਾਹ ਕਰਨ ਲੱਗਿਆਂ ਵੀ ਕਾਹਦਾ ਇਤਰਾਜ਼। ਇਸ ਕਰਕੇ ਫਿਰ ਗੁਨਾਹਾਂ ਦੀ ਦੁਨੀਆ ਦੇ ਵਿੱਚ ਮਨੁੱਖ ਪ੍ਰਵੇਸ਼ ਕਰ ਜਾਂਦਾ। ਖਿਮਾ ਕਰਨੀ, ਜਿਵੇਂ ਸ਼ਰਾਬੀ ਅਵਸਥਾ ਦੇ ਵਿੱਚ ਸ਼ਰਾਬ ਪੀਣ ਵਾਲੇ ਨੂੰ ਜੇ ਨਸ਼ਾ ਕਰਨ ਤੋਂ ਇਤਰਾਜ਼ ਨਹੀਂ ਹੈ ਤਾਂ ਉਸ ਨੂੰ ਜੂਆ ਖੇਡਣ ਤੋਂ ਕੀ ਇਤਰਾਜ਼ ਹੈ? ਅਤੇ ਜੇ ਜੂਆ ਖੇਡਣ ਤੋਂ ਇਤਰਾਜ਼ ਨਹੀਂ ਹੈ ਤਾਂ ਨਾਚ ਅਰਧ ਨਗਰ ਨਰਤਕੀਆਂ ਦਾ ਨਾਚ ਦੇਖਣ ਤੋਂ ਕੀ ਇਤਰਾਜ਼ ਹੈ? ਜਾਂ ਕਿਸੇ ਹੋਰ ਭੈੜੇ ਕੋਠੇ ਆਦਿ 'ਤੇ ਜਾਣ ਦੇ ਉੱਤੇ ਉਸ ਨੂੰ ਕੀ ਇਤਰਾਜ਼ ਹੈ? ਯਾਨੀ ਕਿ ਜੇ ਇੱਕ ਗੁਨਾਹ ਕਰ ਲਿਆ ਤਾਂ ਫਿਰ ਸਾਰੀ ਹੀ ਗੁਨਾਹ ਉਸ ਦੇ ਵਿੱਚ ਸ਼ਮੂਲੀਅਤ ਕਰ ਜਾਂਦੇ ਨੇ। ਕਿਉਂਕਿ ਮਨੁੱਖ ਫੈਸਲਾ ਨਹੀਂ ਲੈ ਸਕਿਆ ਆਪਣੇ ਆਪ ਦੇ ਵਿੱਚ ਕਿ ਮੈਂ ਕਿਸ ਰਸਤੇ ਉੱਪਰ ਚੱਲਣਾ ਹੈ। ਜਿਹੜਾ ਦੁਚਿੱਤੀ ਦੀ ਅਵਸਥਾ ਹੈ ਮਨੁੱਖ ਨੂੰ ਉਹ ਭੈੜੇਪਨ ਵੱਲ, ਨੀਵੇਂਪਨ ਵੱਲ, ਨੀਚ ਅਵਸਥਾ ਦੇ ਵਿੱਚ ਲੈ ਜਾਏਗੀ। ਹੁਣ ਇੱਥੇ ਜਿਹੜਾ ਮੱਧਮ ਦਾ ਮਤਲਬ ਹੈ ਨਾ, ਉਹ ਹੈ ਭੈੜੀ, ਨੀਚ ਅਵਸਥਾ, ਨੀਵੀਂ ਅਵਸਥਾ, ਮੰਦ ਅਵਸਥਾ। ਸਤਿਗੁਰ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਜਰੀ ਰਾਗ ਦੇ ਵਿੱਚ ਅੰਗ ਨੰਬਰ 504 ਉੱਪਰ ਇੱਕ ਬੜੀ ਸਪਸ਼ਟ ਗੱਲ ਕੀਤੀ। ਪਾਤਸ਼ਾਹ ਕਹਿੰਦੇ ਨੇ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਨਾਗਤ ਹਰ ਕੇ ਲੋਗ। ਹੁਣ ਉੱਥੇ ਮੱਧਮ ਦਾ ਮਤਲਬ ਹੈ ਵਿਚਕਾਰਲੀ ਅਵਸਥਾ। ਪਾਤਸ਼ਾਹ ਕਹਿੰਦੇ ਦੁਨਿਆਵੀ ਤੌਰ ਉੱਪਰ ਅਸੀਂ ਨਾ ਉੱਤਮ ਆ, ਨਾ ਨੀਚ ਆ, ਨਾ ਮੱਧਮ ਆ, ਅਸੀਂ ਕਿਸੇ ਵੀ ਅਵਸਥਾ ਦੇ ਵਿੱਚ ਨਹੀਂ ਆ ਰਹੇ, ਕਿਉਂਕਿ ਅਸੀਂ ਹਰ ਚਰਨਾ ਮਨ ਲਾਗਾ। ਸਾਡਾ ਜਿਹੜਾ ਮਨ ਹੈ ਨਾ, ਸਰਨਾਗਤ ਹਰ ਕੇ ਲੋਗ, ਅਸੀਂ ਉਸ ਅਕਾਲ ਪੁਰਖ ਦੀ ਸ਼ਰਨ ਚਲੇ ਗਏ ਹਾਂ। ਹੁਣ ਅਕਾਲ ਪੁਰਖ ਦੀ ਸ਼ਰਨ ਗਿਆ ਮਨੁੱਖ ਫੈਸਲਾ ਵੀ ਅਕਾਲ ਪੁਰਖ 'ਤੇ ਛੱਡ ਦਿੰਦਾ ਕਿ ਤੂੰ ਸਾਨੂੰ ਕਿਸ ਕੈਟੇਗਰੀ ਦੇ ਵਿੱਚ ਲੈਣਾ, ਅਸੀਂ ਤਾਂ ਤੇਰੇ ਚਰਨ ਆ ਗਏ ਹਾਂ। ਔਰ ਸਤਿਗੁਰੂ ਜੀ ਕਹਿੰਦੇ ਨੇ, ਹਮ ਨੀਚ ਮੱਧਮ ਕਰਮ ਕੀਏ ਨ ਚੇਤਿਓ ਹਰ ਰਾਇਓ। ਸਾਡੀ ਤਾਂ ਅਵਸਥਾ ਇਹ ਸੀ। ਤੋ ਇੱਥੇ ਮੱਧਮ ਦੀ ਅਵਸਥਾ, ਦੁਚਿੱਤੀ ਦੀ ਉਹ ਅਵਸਥਾ ਜਿਹੜੀ ਮਨੁੱਖ ਨੂੰ ਨੀਚ ਕਰਮ ਕੀਤੇ ਜਾਣ ਦੇ ਲਈ ਮਜਬੂਰ ਕਰਦੀ ਹੈ, ਜਿਸ ਅਵਸਥਾ ਦੇ ਵਿੱਚ ਮਨੁੱਖ ਹੇਠਲੇ ਪੈਮਾਨੇ ਉੱਪਰ ਆ ਜਾਂਦਾ। ਅੰਤਰ ਅਗਿਆਨ ਭਈ ਮਤ ਮੱਧਮ, ਅੰਤਰ ਅਗਿਆਨਤਾ ਦਾ ਕਾਰਨ ਹੀ ਮੱਧਮ ਮਤ ਦਾ ਹੋਣਾ ਸੀ, ਨੀਚ ਮਤ ਦਾ ਹੋਣਾ ਸੀ। ਕਿਉਂਕਿ ਜੇ ਅੰਦਰ ਗਿਆਨ ਹੁੰਦਾ ਤਾਂ ਮਤ ਵੀ ਬਲਵਾਨ ਹੁੰਦੀ। ਕਿਉਂਕਿ ਮਤ ਨੂੰ ਨਹੀਂ ਸਮਝਾ ਸਕਿਆ, ਉਹ ਮਤ ਨੂੰ ਨਹੀਂ ਮੋੜ ਸਕਿਆ। ਮਨੁੱਖ ਨੇ ਆਪਣੇ ਆਪ ਨੂੰ ਨਹੀਂ ਸਮਝਾਉਣਾ ਕੀਤਾ, ਨਹੀਂ ਸਮਝਾ ਸਕਿਆ ਨਾ ਕਿ ਕੇਸ ਰੱਖਾਂ ਕਿ ਨਾ ਰੱਖਾਂ, ਤਾਂ ਨਹੀਂ ਸਮਝਾ ਸਕਿਆ ਤਾਂ ਫਿਰ ਗੁਨਾਹ ਦੀ ਅਵਸਥਾ ਵਿੱਚ ਵਿਚਰ ਰਿਹਾ ਹੈ। ਔਰ ਕਹਿ ਕੀ ਰਿਹਾ ਕਿ ਅਜੇ ਬਖਸ਼ਿਸ਼ ਨਹੀਂ ਹੋਈ ਪਰਮਾਤਮਾ ਦੀ, ਔਰ ਸਰੇਆਮ ਇੱਕ ਚਲਾਕੀ ਦਾ ਪੈਮਾਨ ਦੇ ਰਿਹਾ
ਹੁਣ ਇਸ ਅਵਸਥਾ ਦੇ ਵਿੱਚ ਸਤਿਗੁਰ ਕਹਿੰਦੇ ਨੇ ਹੈ ਕਿਹੜੀ ਗੱਲ? ਸਤਿਗੁਰ ਕੀ ਪ੍ਰਤੀਤ ਨਹੀਂ, ਇਹ ਨਿਚੋੜ ਹੈ ਇਸ ਗੱਲ ਦਾ। ਪ੍ਰਤੀਤ ਇੱਕ ਭਰੋਸਾ ਹੈ, ਇੱਕ ਵਿਸ਼ਵਾਸ ਹੈ। ਜਿਸ ਦਾ ਸਤਿਗੁਰ ਦੇ ਪ੍ਰਤੀ ਭਰੋਸਾ ਨਹੀਂ ਜਾਗਿਆ, ਭਰੋਸਾ ਇਤਬਾਰ ਹੈ। ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ। ਸਤਿਗੁਰ ਜੀ ਕਹਿੰਦੇ ਨੇ, ਗੌੜੀ ਰਾਗ ਦੇ ਵਿੱਚ ਵੀ ਆਪਾਂ ਪਾਠ ਕਰਦੇ ਨੇ, ਕਹੋ ਨਾਨਕ ਮਨ ਪਈ ਪ੍ਰਤੀਤ। ਜਪਜੀ ਸਾਹਿਬ ਜੀ ਦੇ ਵਿੱਚ ਵੀ ਆਪਾਂ ਰੋਜ਼ ਪਾਠ ਕਰਦੇ ਹਾਂ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਗੌੜ ਰਾਗ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਨਾਨਕ ਕਉ ਉਪਜੀ ਪ੍ਰਤੀਤ। ਇਹ ਪ੍ਰਤੀਤ ਭਰੋਸਾ ਹੈ। ਜਿੰਨੀ ਦੇਰ ਤੱਕ ਭਰੋਸਾ ਨਹੀਂ ਜਗੇਗਾ, ਮਨੁੱਖ ਦਾ ਕੋਈ ਵੀ ਉਹ ਕੰਮ ਓਨੀ ਦੇਰ ਤੱਕ ਸਫਲ ਨਹੀਂ ਹੋਏਗਾ ਜਿੰਨੀ ਦੇਰ ਤੱਕ ਉਹ ਜਿਸ ਪਾਸ ਗਿਆ ਹੈ ਕਿਸੇ ਭਰੋਸੇ ਦੇ ਨਾਲ ਜੇ ਨਹੀਂ ਗਿਆ। ਜੇ ਸਤਿਗੁਰੂ ਜੀ ਕਹਿੰਦੇ ਨੇ, ਮੈਂ ਆਇਆ ਤੇਰੇ ਦੁਆਰੇ ਆਇਆ, ਭਰੋਸੇ ਆਇਆ, ਮੈਂ ਤੇਰੇ ਭਰੋਸੇ ਦੇ ਨਾਲ ਹੀ ਤੇਰੇ ਦੁਆਰ ਆਇਆ। ਹੁਣ ਭਰੋਸਾ ਵੀ ਇੱਕ ਅਕਾਲ ਪੁਰਖ ਦੇ ਪ੍ਰਤੀ ਕਿ ਵਿਸ਼ਵਾਸ ਮੇਰਾ ਤੇਰੇ ਪ੍ਰਤੀ ਹੈ। ਖਿਮਾ ਕਰਨੀ, ਇੱਕ ਰੋਗੀ ਡਾਕਟਰ ਦੇ ਕੋਲ ਭਰੋਸੇ ਦੇ ਨਾਲ ਹੀ ਜਾਂਦਾ ਹੈ, ਵਿਸ਼ਵਾਸ ਦੇ ਨਾਲ ਹੀ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਦੁਨਿਆਵੀ ਤੌਰ ਪਰ ਡਾਕਟਰ ਉਸ ਦਾ ਭਰੋਸਾ ਤੋੜ ਦੇਵੇ ਜਾਂ ਉਹ ਮਨੁੱਖ ਉਸ 'ਤੇ ਭਰੋਸਾ ਨਾ ਕਰ ਸਕੇ। ਹੁਣ ਕਈ ਵਾਰੀ ਡਾਕਟਰ ਤਾਂ ਲਾਇਕ ਹੁੰਦਾ ਪਰ ਮਨੁੱਖ ਦਾ ਭਰੋਸਾ ਹੀ ਨਹੀਂ ਜੰਮਦਾ ਉਹਦੇ ਉੱਤੇ। ਦਵਾਈਆਂ ਦੇਈ ਜਾ ਰਿਹਾ, ਔਰ ਉਹ ਠੀਕ ਨਹੀਂ ਹੋ ਰਿਹਾ, ਭਰੋਸਾ ਨਹੀਂ ਜੰਮਿਆ। ਇੱਕ ਵਿਅਕਤੀ ਕਿਸੇ ਦੇ ਕੋਲ ਕਿਸੇ ਕੰਮ ਦੇ ਕਰਨ ਦੇ ਲਈ ਜਾਂਦਾ ਹੈ ਤਾਂ ਕਿਸੇ ਭਰੋਸੇ ਨਾਲ ਜਾਂਦਾ ਹੈ। ਇਹ ਭਰੋਸਾ ਇੱਕ ਵਿਸ਼ਵਾਸ ਦਾ ਪ੍ਰਤੀਕ ਹੈ। ਪਰ ਸਿੱਖ ਨੇ ਆਤਮਿਕ ਪੱਖੋਂ ਗੁਰੂ ਦੇ ਕੋਲ ਜਾਣਾ ਹੈ ਔਰ ਪੂਰੇ ਭਰੋਸੇ ਦੇ ਨਾਲ ਜਾਣਾ ਹੈ। ਲੇਕਿਨ ਜੇ ਅੰਤਰ ਅਵਸਥਾ ਹੀ ਅਗਿਆਨ ਦੀ ਹੈ, ਜੇ ਮਤ ਹੀ ਮੱਧਮ ਹੈ, ਮਤ ਹੀ ਭੈੜੀ ਹੈ, ਤਾਂ ਫਿਰ ਸਤਿਗੁਰ ਕਹਿੰਦੇ ਨੇ ਉਸ ਅਵਸਥਾ ਦੇ ਵਿੱਚ ਮੈਂ ਕੀ ਕਹਿ ਸਕਦਾ? ਪਾਤਸ਼ਾਹ ਕਹਿੰਦੇ ਮੈਂ ਤਾਂ ਕੇਵਲ ਇਹ ਨਹੀਂ ਕਹਿ ਸਕਦਾ ਕਿ ਸਤਿਗੁਰ ਕੀ ਪ੍ਰਤੀਤ ਨਹੀਂ। ਤੈਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ ਸੀ ਨਾ। ਗੁਰੂ ਨੇ ਤੈਨੂੰ ਕਿਹਾ ਸੀ ਨਾ ਸਾਬਤ ਸੂਰਤ, ਗੁਰੂ ਨੇ ਕਿਹਾ ਸੀ ਨਾ ਦਸਤਾਰ ਸੁਰਾ, ਮੱਥਾ ਤਾਂ ਟੇਕਿਆ ਲੇਕਿਨ ਭਰੋਸਾ ਕੀ ਜਗਾਇਆ? ਸਤਿਗੁਰ ਨੇ ਤਾਂ ਕਿਹਾ ਸੀ ਕਿ ਮੜੀ ਮਸਾਣੀ ਨਹੀਂ ਜਾਣਾ। ਸਤਿਗੁਰ ਨੇ ਤਾਂ ਕਿਹਾ ਸੀ ਆ ਵਹਿਮ ਨਹੀਂ ਕਰਨਾ, ਭਰਮ ਨਹੀਂ ਕਰਨਾ, ਮਦ ਨਹੀਂ ਸੇਵਨ ਕਰਨੀ ਜਾਂ ਨਸ਼ਾ ਨਹੀਂ ਕਰਨਾ। ਜਾਂ ਫਿਰ ਸਤਿਗੁਰ ਨੇ ਤਾਂ ਇਹਨਾਂ ਚੀਜ਼ਾਂ ਤੋਂ ਵਰਜਿਤ ਕੀਤਾ ਸੀ ਨਾ। ਤਾਂ ਫਿਰ ਮਨੁੱਖ ਨੇ ਭਰੋਸਾ ਕੀ ਕੀਤਾ? ਭਰੋਸਾ ਨਹੀਂ ਹੋ ਸਕਿਆ। ਉਹਦਾ ਕਾਰਨ ਸੀ ਕਿ ਅੰਤਰ ਅਗਿਆਨਤਾ ਸੀ। ਕਿਉਂਕਿ ਗਿਆਨੀ ਦਾ ਗਿਆਨ ਪੁਣਾ ਹੀ ਸਭ ਤੋਂ ਵੱਧ ਇਸ ਗੱਲ ਦੇ ਪ੍ਰਤੀ ਹੈ ਕਿ ਉਸਨੇ ਆਪਣੇ ਗੁਰੂ ਤੇ ਭਰੋਸਾ ਕੀਤਾ। ਜੇ ਅੰਤਰ ਅਗਿਆਨਤਾ ਹੈ, ਜੇ ਅੰਤਰ ਅਗਿਆਨਤਾ ਮਨੁੱਖ ਦੀ ਮਤ ਨੂੰ ਮੱਧਮ ਭੈੜੀ ਕਰ ਸਕਦੀ ਹੈ, ਅੰਤਰ ਅਗਿਆਨਤਾ ਦੇ ਕਾਰਨ ਹੀ ਮਨੁੱਖ ਆਪਣੇ ਪਰਮਾਤਮਾ, ਆਪਣੇ ਗੁਰੂ ਦੇ ਪ੍ਰਤੀ ਭਰੋਸਾ ਨਹੀਂ ਜਗਾ ਸਕਦਾ। ਤਾਂ ਫਿਰ ਜੇ ਅੰਦਰ ਅਗਿਆਨਤਾ ਹੈ ਤਾਂ ਫਿਰ ਅੰਦਰ ਸਵੱਛਪੁਣਾ ਤਾਂ ਨਹੀਂ ਹੋਏਗਾ ਨਾ। ਅੰਦਰ ਕਪਟ ਸਭ ਕਪਟੋ ਕਰ ਜਾਣੇ, ਕਪਟ ਖਪੇ ਕਪਾਈ। ਭਾਈ ਜੋਧ ਜੀ ਬ੍ਰਾਹਮਣ ਸਨ। ਬ੍ਰਾਹਮਣ ਦੀ ਹਉਮੈ ਬੜੀ ਕਰਿਆ ਕਰਦੇ ਸਨ। ਸਤਿਗੁਰੂ ਜੀ ਦੇ ਮਹਿਲ ਮਾਤ ਖੀਵੀ ਜੀ ਦੇ ਕੋਲ ਆਏ। ਮਾਤ ਖੀਵੀ ਜੀ ਇੱਕੋ ਇੱਕ ਸਤਿਗੁਰ ਦੇ ਉਹ ਮਹਿਲ ਨੇ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਹੈ। ਮਾਤ ਖੀਵੀ ਜੀ ਦੇ ਕੋਲ ਵੀ ਹਉਮੈ ਦੇ ਵਿੱਚ ਹੀ ਆਏ। ਪਰ ਜਦੋਂ ਮਾਤ ਖੀਵੀ ਜੀ ਨੂੰ ਲੰਗਰਾਂ ਦੀ ਸੇਵਾ ਕਰਦਿਆਂ ਦੇਖਿਆ ਤਾਂ ਹਉਮੈ ਹੋਰ ਵੱਧ ਗਈ। ਆਹ ਕੀ ਹੈ? ਕੋਈ ਲੰਗਰ ਪਕਾ ਕੇ ਥੋੜ੍ਹੀ ਪ੍ਰਵਾਨ ਹੋ ਸਕਦਾ, ਕੋਈ ਲੋਕਾਂ ਨੂੰ ਰੋਟੀ ਖਵਾ ਕੇ ਥੋੜ੍ਹੀ ਪ੍ਰਵਾਨ ਹੋ ਸਕਦਾ। ਕਿਉਂਕਿ ਮਨੁੱਖ ਦੀ ਜਿਹੜੀ ਸੋਚ ਜੇ ਅੰਤਰ ਅਗਿਆਨਤਾ ਹੈ ਤਾਂ ਇੱਥੋਂ ਤੱਕ ਹੀ ਰਹੇਗੀ। ਕੇਸ ਰੱਖ ਲਈਏ ਨਾ ਰੱਖ ਲਈਏ, ਉਹ ਫਿਰ ਬਹਿਸਾਂ ਕਰੇਗਾ। ਇਹ ਹੈ ਤਾਂ ਅੰਤਰ ਅਗਿਆਨਤਾ ਜੀ। ਸਿੱਖੀ ਤਾਂ ਢਿੱਡ ਵਿੱਚ ਹੋਣੀ ਚਾਹੀਦੀ ਹੈ ਤਾਂ ਅੰਤਰ ਅਗਿਆਨਤਾ। ਪਰ ਮੇਰੇ ਵਰਗੇ ਕਹਿੰਦੇ ਹਾਂਜੀ ਗੱਲ ਤਾਂ ਠੀਕ ਆਖੀ, ਸਿੱਖੀ ਤਾਂ ਬਾਕੀ ਢਿੱਡ 'ਚ ਹੋਣੀ ਚਾਹੀਦੀ। ਅਗਿਆਨੀ ਮਨੁੱਖ ਫਿਰ ਗਿਆਨ ਵਾਲੀਆਂ ਗੱਲਾਂ ਨਹੀਂ ਕਰ ਸਕਦਾ, ਉਹ ਗੱਲਾਂ ਵੀ ਆਪਣੀਆਂ ਅਗਿਆਨ ਪੁਣੀਆਂ ਹੀ ਕਰੇਗਾ। ਦੀਵਾਨ ਦੇ ਵਿੱਚ ਹਾਜ਼ਰ ਹੋਇਆ, ਬਾਣੀ ਸੁਣੀ, ਕੁਛ ਅਸਰ ਹੋਣਾ ਸ਼ੁਰੂ ਹੋਇਆ। ਆਖਿਰ ਹੈ ਤਾਂ ਉਹ ਗਿਆਨੀ ਸੀ, ਪਰ ਅੰਤਰ ਅਗਿਆਨਤਾ ਕਿਉਂ ਸੀ? ਕਿਉਂਕਿ ਬ੍ਰਾਹਮਣ ਪੁਣੇ ਦੀ ਹਉਮੈ ਸੀ ਕਿ ਮੈਂ ਬ੍ਰਾਹਮਣ ਹਾਂ। ਇਹ ਹਉਮੈ ਹੀ ਅੰਦਰ ਗਿਆਨ ਨਹੀਂ ਸੀ ਜਾਗਣ ਦੇ ਰਹੀ। ਪਹਿਲਾਂ ਗਿਆਨ ਜਗਾਇਆ ਅੰਦਰੋਂ, ਔਰ ਕੀਤਾ ਕਿ ਉਸਨੇ ਜੂਠਾ ਭੋਜਨ ਖਾਣਾ ਸ਼ੁਰੂ ਕਰ ਦਿੱਤਾ। ਲੰਗਰ ਦਾ ਜੂਠਾ ਭੋਜਨ, ਰੋਜ਼ ਜੂਠਾ ਭੋਜਨ ਖਾਵੇ। ਆਖਰ ਇੱਕ ਦਿਨ ਲੋਕਾਂ ਨੇ ਦੇਖਿਆ ਕਿ
ਜੂਠਾ ਭੋਜਨ ਖਾਣ ਵਾਲਾ ਅੱਜ ਸਵੱਛ ਭੋਜਨ ਖਾ ਰਿਹਾ ਸੀ। ਜੋਧ ਜੀ ਅੱਜ ਸਵੱਛ ਭੋਜਨ ਖਾ ਰਹੇ ਸਨ, ਸਾਫ ਸੁਥਰਾ ਭੋਜਨ। ਆਖਰ ਹਰ ਕਿਸੇ ਦਾ ਧਿਆਨ ਤਾਂ ਜਾਣਾ ਹੀ ਸੀ ਕਿ ਕੱਲ ਤੱਕ ਜੂਠ ਖਾਣ ਵਾਲਾ ਅੱਜ ਸਵੱਛ ਭੋਜਨ ਖਾ ਰਿਹਾ। ਅੱਜ ਉਸਨੇ ਜੂਠ ਨਹੀਂ ਖਾਧੀ। ਤਾਂ ਫਿਰ ਕਾਰਨ ਪੁੱਛਿਆ ਗਿਆ ਤਾਂ ਕਾਰਨ ਉਹਨਾਂ ਨੇ ਬੜਾ ਸਾਫ਼ ਦੱਸਿਆ ਕਿ ਮਨ ਦੇ ਅੰਦਰ ਅਗਿਆਨਤਾ ਦੀ ਜੂਠ ਸੀ, ਇਸ ਕਰਕੇ ਮਨ ਦੇ ਅੰਦਰ ਹਉਮੈ ਸੀ, ਮਨ ਦੇ ਅੰਦਰ ਵਿਕਾਰ ਸਨ। ਤੇ ਫਿਰ ਜੂਠ ਕਿਉਂ ਖਾਧੀ? ਕਹਿਣ ਲੱਗੇ ਸੰਗਤ ਦੀ ਜੂਠ, ਅੰਦਰ ਦੀ ਜੂਠ ਨੂੰ ਮਾਰਨ ਦੇ ਲਈ, ਜਿਵੇਂ ਲੋਹਾ ਲੋਹੇ ਨੂੰ ਕੱਟਦਾ, ਇਹ ਸੰਗਤ ਦੀ ਜੂਠ ਸੀ ਜਿਹੜੀ ਮੇਰੀ ਅੰਦਰਲੀ ਜੂਠ ਨੂੰ ਮਾਰਨ ਦੇ ਲਈ, ਔਰ ਅੰਦਰਲੀ ਜੂਠ ਨੂੰ ਮਾਰਨ ਦੇ ਲਈ ਮੈਂ ਸੰਗਤ ਦੀ ਜੂਠ ਖਾਧੀ। ਅੱਜ ਅੰਦਰਲੀ ਜੂਠ ਮਰ ਗਈ ਹੈ, ਹੁਣ ਮੈਨੂੰ ਜੂਠ ਖਾਣ ਦੀ ਲੋੜ ਨਹੀਂ, ਹੁਣ ਮੈਂ ਸਵੱਛ ਹੋ ਗਿਆ ਅੰਦਰੋਂ। ਅੰਦਰ ਦੀ ਅਗਿਆਨਤਾ ਜੂਠ ਹੈ, ਔਰ ਇਸ ਨੂੰ ਸਵੱਛ ਕਰਨ ਦਾ ਕਾਰਨ ਕੇਵਲ ਇੱਕ ਨਾਮ ਹੈ। ਅੰਦਰਲੀ ਅਗਿਆਨਤਾ ਮਤ ਨੂੰ ਮੱਧਮ ਕਰ ਦੇਗੀ, ਮਤ ਨੂੰ ਨੀਚ ਕਰ ਦੇਗੀ। ਨੀਚ ਮਤ ਹੀ ਗੁਰੂ ਦੇ ਪ੍ਰਤੀ ਭਰੋਸਾ ਨਹੀਂ ਜਗਾ ਸਕੇਗੀ। ਜਿਸ ਦਾ ਗੁਰੂ ਦੇ ਪ੍ਰਤੀ ਭਰੋਸਾ ਜਗਿਆ ਉਹ ਕਦੀ ਨੀਚ ਮਤ ਦਾ ਧਾਰਨੀ ਨਹੀਂ ਹੋ ਸਕਦਾ। ਅੰਦਰ ਅਗਿਆਨਤਾ ਹੈ, ਇਸ ਕਰਕੇ ਅੰਦਰ ਕਪਟ ਹੈ। ਅਗਿਆਨਤਾ ਦਾ ਕਾਰਨ ਸਿਮਟਮ ਹੀ ਕਪਟ ਹੈ, ਅੰਦਰ ਕਪਟ ਹੈ ਨਾ। ਜਦ ਅੰਦਰ ਕਪਟ ਹੈ ਫਿਰ ਸਭ ਕਪਟੋ ਕਰ ਜਾਣੇ। ਐਸਾ ਮਨੁੱਖ ਫਿਰ ਕਪਟ ਹੀ ਕਰ ਰਿਹਾ ਨਾ। ਸਿੱਖੀ ਢਿੱਡ ਵਿੱਚ ਹੋਣੀ ਚਾਹੀਦੀ ਹੈ। ਅਜੇ ਬਖਸ਼ਿਸ਼ ਨਹੀਂ ਹੋਈ ਮੇਰੇ ਤੇ, ਬਖਸ਼ਿਸ਼ ਜਦੋਂ ਹੋਏਗੀ ਉਦੋਂ ਫਿਰ ਉਹ ਗੱਲਾਂ ਵੀ ਕਪਟ ਪੁਣੀਆਂ ਦੀ ਕਰੇਗਾ, ਗੱਲਾਂ ਵੀ ਹਉਮੈ ਦੀ ਕਰੇਗਾ, ਕਿਉਂਕਿ ਅੰਦਰ ਕਪਟ ਹੈ, ਅੰਦਰ ਪਖੰਡ ਹੈ, ਅੰਦਰ ਧੋਖਾ ਹੈ, ਅੰਦਰ ਠੱਗੀ, ਅੰਦਰ ਛਲ ਹੈ, ਅੰਦਰ ਛਲ ਵਾਲਾ ਹੈ। ਸਤਿਗੁਰ ਮਾਰੂ ਰਾਗ ਦੇ ਵਿੱਚ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1043 ਉੱਪਰ ਇੱਕ ਬੜੀ ਕਮਾਲ ਦੀ ਗੱਲ ਲਿਖਦੇ। ਸਤਿਗੁਰ ਕਹਿੰਦੇ, ਅਜਗਰ ਕਪਟ ਕਹੋ ਕਿਉ ਖੁਲੈ, ਬਿਨ ਸਤਿਗੁਰ ਤਤ ਨ ਪਾਇਓ। ਮਨ ਦੇ ਅੰਦਰ ਜਿਸ ਦੇ ਕਪਟ ਹੈ, ਸਤਿਗੁਰ ਕਹਿੰਦੇ ਫਿਰ ਉਹ ਅਜਗਰ ਚੰਗਾ ਨਹੀਂ ਹੈ। ਜਿਹੜਾ ਅੰਦਰ ਜੇ ਜ਼ਹਿਰ ਹੈ ਤਾਂ ਬਾਹਰੋਂ ਵੀ ਜ਼ਹਿਰ ਫੂਕਦਾ ਆ ਰਿਹਾ। ਲੇਕਿਨ ਕਪਟ ਕੀ, ਅੰਦਰ ਤਾਂ ਜ਼ਹਿਰ ਹੈ, ਬਾਹਰੋਂ ਬੜਾ ਮਿੱਠਾ ਬੋਲ ਰਹੇ, ਮਿੱਠਾ ਬੋਲ ਕੇ ਲੋਕਾਂ ਨੂੰ ਵਸ ਕਰਨਾ ਚਾਹ ਰਹੇ। ਲੋਕ ਕਹਿਣ ਕਿ ਹਾਂ ਜੀ ਉਹ ਤਾਂ ਬਹੁਤ ਵੱਡੇ ਵਿਦਵਾਨ ਨੇ, ਬਹੁਤ ਵੱਡੇ ਗਿਆਨੀ ਨੇ, ਬੋਲ ਬਾਣੀ ਬੜੀ ਮਿੱਠੀ ਉਹਨਾਂ ਦੀ, ਲੇਕਿਨ ਅੰਦਰ ਤਾਂ ਕਪਟ ਹੈ। ਤੋ ਸਤਿਗੁਰ ਕਹਿੰਦੇ ਬਿਨ ਸਤਿਗੁਰ ਤੱਤ ਨਾ ਪਾਇਆ, ਬਗੈਰ ਸਤਿਗੁਰ ਦੇ ਤੱਤ ਨਹੀਂ ਪਾ ਸਕੇਗਾ, ਸੈਂਸ ਨਹੀਂ, ਪਹਿਚਾਣ ਨਹੀਂ ਹੋ ਸਕੀ। ਤਾਂ ਫਿਰ ਪਾਤਸ਼ਾਹ ਗੌੜੀ ਰਾਗ ਦੇ ਵਿੱਚ ਇੱਕ ਪ੍ਰਸ਼ਨ ਕਰਦੇ ਨੇ, ਕਾਹੇ ਬੋਲੇ ਜੋਗੀ ਕਪਟ ਕਣਾ। ਤੇ ਫਿਰ ਕਪਟ ਹੈ ਕਿ ਸ੍ਰੀ ਰਾਗ ਦੇ ਵਿੱਚ ਪਾਤਸ਼ਾਹ ਤੀਜੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 26, ਬਹੁ ਭੇਖ ਕਰ ਪਰਮਾਈਏ ਮਨ ਹਿਰਦੇ ਕਪਟ ਕਮਾਈ। ਹਿਰਦੇ ਦੀ ਜਿਹੜੀ ਕਪਟ ਅਵਸਥਾ ਹੈ ਨਾ, ਜਦ ਅੰਦਰ ਪ੍ਰਤੀਤ ਹੀ ਨਹੀਂ ਹੈ, ਜਦ ਅੰਦਰ ਭਰੋਸਾ ਹੀ ਨਹੀਂ ਹੈ ਗੁਰੂ ਦੇ ਪ੍ਰਤੀ, ਜਦ ਮਤ ਹੀ ਮੱਧਮ ਹੋ ਚੁੱਕੀ ਹੈ, ਜਦ ਮਤ ਦੇ ਅੰਦਰ ਅਗਿਆਨਤਾ ਹੀ ਸਮਾ ਚੁੱਕੀ ਹੈ, ਤਾਂ ਜਿਸ ਦੇ ਅੰਦਰ ਕਪਟ ਹੈ ਫਿਰ ਉਹ ਬਾਹਰ ਕੀ ਕਰੇਗਾ? ਉਹ ਆਪ ਵੀ ਕਪਟ ਕਰੇਗਾ, ਔਰ ਉਸ ਨੂੰ ਨਜ਼ਰ ਵੀ ਸਭ ਕਪਟੀ ਆਉਣਗੇ। ਉਹ ਗੁਰਸਿੱਖਾਂ ਨੂੰ ਕਹੇਗਾ ਜੀ ਉਹ ਪਖੰਡੀ ਨੇ, ਕਿਉਂਕਿ ਉਸ ਨੂੰ ਫਿਰ ਸਭ ਕਪਟ ਹੀ ਨਜ਼ਰ ਆਏਗਾ, ਸਭ ਕਪਟੋ ਕਰ ਜਾਣੇ। ਪਰ ਸਤਿਗੁਰ ਕਹਿੰਦੇ ਹੋਏਗਾ ਕਿ ਕਪਟੇ ਖਪੇ ਖਪਾਹੀ। ਇਹ ਸੋਚ ਲਈ ਕਿ ਤੂੰ ਇਸ ਕਪਟ ਕਰਕੇ ਹੀ ਖਪ ਹੈ। ਖਪਾਹੀ ਦੋ ਸ਼ਬਦ ਸਤਿਗੁਰ ਨੇ ਵਰਤੇ ਨੇ। ਖਪੇ ਦਾ ਮਤਲਬ ਹੈ ਖੁਆਰ ਹੋਣਾ, ਬਰਬਾਦ ਹੋਣਾ। ਜਿਵੇਂ ਪਾਤਸ਼ਾਹ ਗੌੜੀ ਰਾਗ ਦੇ ਵਿੱਚ ਪ੍ਰਥਮ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਗ 226, ਹਉਮੈ ਖਪੈ ਜਨਮ ਮਰ ਆਵੇ। ਹਉਮੈ ਦੇ ਵਿੱਚ ਮਨੁੱਖ ਬਰਬਾਦ ਹੋ ਜਾਂਦਾ, ਕਿਉਂਕਿ ਹਉਮੈ ਅੰਦਰ ਦੀ ਅਗਿਆਨਤਾ ਹੈ। ਤੋ ਖੁਆਰ ਜਿਹੜਾ ਹੋਏਗਾ, ਬਰਬਾਦ ਜਿਹੜਾ ਆਪਣੇ ਆਪ ਨੂੰ ਕਰ ਰਿਹਾ ਹੋਏਗਾ, ਕਪਟੇ ਖਪੇ ਖਪਾਹੀ, ਕਪਟ ਦੇ ਵਿੱਚ ਉਹ ਖਪੇਗਾ, ਬਰਬਾਦ ਹੋਏਗਾ। ਖਪਾਹੀ ਆਪਣੇ ਆਪ ਨੂੰ ਬਰਬਾਦ ਕਰ ਲਵੇਗਾ, ਆਪਣੀ ਸਵਾਰਥ ਦੇ ਪਿੱਛੇ ਭਟਕਦਿਆਂ ਹੋਇਆਂ ਆਪਣੇ ਆਪ ਨੂੰ ਉਸਨੇ ਬਰਬਾਦ ਕਰ ਲਿਆ। ਸਭ ਪਾਸੇ ਆਪ ਵੀ, ਆਪਣੇ ਆਪ ਨੂੰ ਵੀ ਧੋਖਾ ਦਿੱਤਾ, ਦੁਨੀਆ ਨੂੰ ਵੀ ਧੋਖਾ ਦਿੱਤਾ, ਦੁਖੀ ਹੀ ਰਿਹਾ ਦੁਨੀਆ ਦੇ ਵਿੱਚ। ਮਨ ਦਾ ਭਰੋਸਾ ਨਹੀਂ ਜਗਾ ਸਕਿਆ ਔਰ ਗੁਰੂ ਦੇ ਹੁਕਮ ਉੱਪਰ ਵਿਸ਼ਵਾਸ ਨਹੀਂ ਕੀਤਾ। ਭਾਣਾ ਮੰਨਣ ਦਾ ਬਲ ਕਿੱਥੋਂ ਆਣਾ ਸੀ? ਸਤਿਗੁਰ ਕਾ ਭਾਣਾ ਚਿਤ ਨਾ ਆਵੇ।
ਆਪਣੇ ਸਵਾਏ ਫਿਰਾਹੀ, ਆਪਣੇ ਸਵਾਏ ਆਪਣੇ ਸਵਾਰਥ ਦੇ ਸਵਾਦ ਦੇ ਲਈ। ਜਿਹੜਾ ਉਸਦੇ ਅੰਦਰ ਸਵਾਰਥ ਹੈ ਨਾ, ਸਵਾਰਥ ਦਾ ਵੀ ਇੱਕ ਸਵਾਦ ਹੈ, ਸਵਾਦ ਦੇ ਵਿੱਚ, ਸਵਾਰਥ ਦੇ ਵਾਸਤੇ, ਸੁਆਓ ਦੇ ਵਿੱਚ। ਆਪਣੇ ਸਵਾਦ ਦੇ ਕਾਰਨ, ਆਪਣੀ ਵਾਸਨਾ ਦੇ ਕਾਰਨ, ਆਪਣੇ ਸਵਾਰਥ ਦੇ ਕਾਰਨ, ਨਿੱਜ ਦੇ ਕਾਰਨ ਉਹ ਦੁਨੀਆ ਦੇ ਵਿੱਚ ਕਪਟ ਕਰਦਾ ਰਿਹਾ ਔਰ ਸਵਾਰਥ ਹੀ ਉਸ ਦਾ ਸੁਭਾਅ ਬਣ ਗਿਆ। ਇਸ ਕਰਕੇ ਉਸ ਨੂੰ ਆਪਣੇ ਔਰ ਆਪਣੇ ਪਰਿਵਾਰ ਤੋਂ ਇਲਾਵਾ ਕੁਝ ਹੋਰ ਨਜ਼ਰ ਹੀ ਨਹੀਂ ਆਇਆ। ਭਾਵੇਂ ਬਰਬਾਦ ਹੋ ਜਾਵੇ ਸਭ ਕੁਝ, ਸਿੱਖੀ ਜਿੱਧਰ ਮਰਜੀ ਜਾਵੇ, ਮੇਰਾ ਪਰਿਵਾਰ ਅੱਗੇ ਆਉਣਾ ਚਾਹੀਦਾ, ਮੇਰੇ ਪਰਿਵਾਰ ਦੇ ਜੀਵ ਹੀ ਅੱਗੇ ਆਉਣੇ ਚਾਹੀਦੇ ਨੇ। ਭਾਵੇਂ ਸੂਬੇ ਦਾ ਵੀ ਨੁਕਸਾਨ, ਭਾਵੇਂ ਧਰਮ ਦਾ ਵੀ ਨੁਕਸਾਨ, ਇਹਦੇ ਨਾਲ ਮੇਰਾ ਕੋਈ ਮਤਲਬ ਨਹੀਂ ਹੈ, ਕਿਉਂਕਿ ਸਵਾਰਥੀ ਦਾ ਸਵਾਰਥ ਤੋਂ ਸਿਵਾ ਹੋਰ ਕਿਸੇ ਦਾ ਮਤਲਬ ਹੀ ਨਹੀਂ ਹੈ। ਤਾਂ ਸਤਿਗੁਰੂ ਇਸ ਨੂੰ ਕਹਿੰਦੇ ਨੇ ਕਿ ਆਪਣੀ ਗਰਜ਼ ਦੀ ਖਾਤਰ, ਪਾਤਸ਼ਾਹ ਪੰਚਮ ਕਹਿੰਦੇ ਨੇ, ਆਪਣੇ ਸਵਾਏ ਹਿਰਦੇ ਲਾ ਧਾਰਿਆ। ਜੇ ਸਵਾਰਥੀ ਸੀ ਤਾਂ ਸਵਾਰਥ ਦੇ ਵਿੱਚ ਆਪਣੇ ਆਤਮਿਕ ਸਵਾਰਥ ਨੂੰ ਸੋਚ ਲੈਂਦਾ, ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾ ਲੈਂਦਾ। ਨਹੀਂ ਵਸਾ ਸਕਿਆ ਕਿਉਂਕਿ ਸਵਾਰਥ ਨਿੱਜੀ ਸੀ। ਇਸ ਕਰਕੇ ਖੁਦਗਰਜ਼ੀ ਜਿਹੜੀ ਹੈ ਨਾ, ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਗੁਜਰੀ ਰਾਗ ਦੇ ਵਿੱਚ ਕਹਿੰਦੇ ਨੇ, ਤਿੰਨ ਸੰਗ ਸੰਗ ਨ ਕੀਚਈ ਨਾਨਕ ਜਿਨ ਆਪਣਾ ਸੁਆਓ। ਜਿਨ੍ਹਾਂ ਦੇ ਕੋਲ ਸੈਲਫਿਸ਼ਨੈਸ ਹੈ ਨਾ, ਆਪਣਾ ਹੀ ਸੁਭਾਅ ਹੈ, ਪਾਤਸ਼ਾਹ ਕਹਿੰਦੇ ਤਿੰਨ ਸੰਗ ਸੰਗ ਨ ਕੀਚਈ ਨਾਨਕ ਜਿਨਾ ਆਪਣਾ ਸੁਆਓ। ਵਾਰ ਗੁਜਰੀ ਮਹੱਲਾ ਪੰਜਵਾਂ। ਔਰ ਗੌਣ ਰਾਗ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਮਿੱਤਰ ਭਾਈ ਦਿਸਹਿ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ। ਆਪਣੇ ਸਵਾਰਥ ਔਰ ਆਪਣੇ ਸਵਾਰਥ ਦੇ ਲਈ, ਆਪਣੇ ਹਿੱਤ ਸਿਓ, ਸਾਰੇ ਆਪਣੇ ਆਪਣੇ ਹਿੱਤ ਦੇ ਲਈ ਲੱਗੇ ਹੋਏ ਨੇ, ਆਪਣੇ ਸਵਾਰਥ ਦੇ ਲੱਗੇ ਹੋਏ ਨੇ। ਇਸ ਕਰਕੇ ਆਪਣੇ ਸਵਾਰਥ ਦੇ ਸਵਾਦ ਦੇ ਲਈ ਜਿਹੜੇ ਫਿਰ ਰਹੇ ਨੇ, ਉਹ ਸਤਿਗੁਰ ਦੇ ਭਾਣੇ ਨੂੰ ਕੀ ਪਹਿਚਾਣਨਗੇ? ਜਿਨ੍ਹਾਂ ਨੇ ਸਤਿਗੁਰ ਦਾ ਭਾਣਾ ਪਹਿਚਾਣਿਆ, ਉਹਨਾਂ ਦੇ ਕੋਲ ਫਿਰ ਆਪਣਾ ਸਵਾਰਥ ਨਹੀਂ ਹੁੰਦਾ, ਉਹਨਾਂ ਦੇ ਕੋਲ ਫਿਰ ਦੁਨਿਆਵੀ ਸੇਵਾ ਹੁੰਦੀ ਹੈ। ਇਸ ਕਰਕੇ ਉਹ ਚਾਹੁੰਦੇ ਨੇ ਆਪ ਵੀ ਮੁਕਤ ਹੋਣ ਔਰ ਮੁਕਤ ਕਰ ਦੇਣ ਉਹਨਾਂ ਨੂੰ ਜਿਹੜੇ ਉਹਨਾਂ ਦੀ ਗੱਲ ਨੂੰ ਸੁਣ ਰਹੇ ਨੇ, ਜਿਹੜੇ ਉਹਨਾਂ ਦੀ, ਜੇ ਸਤਿਗੁਰੂ ਨੇ ਇਹ ਸਾਨੂੰ ਸਪਸ਼ਟ ਰੂਪ ਦੇ ਵਿੱਚ ਕਿਹਾ, ਆਪ ਮੁਕਤ ਮੋਹਿਤਾਰ, ਕਿਉਂਕਿ ਗੁਰੂ ਮੁਕਤੀ ਦੀ ਰਾਹ ਦੇ ਉੱਤੇ ਤੁਰੇ ਨੇ ਔਰ ਮੁਕਤੀ ਦੀ ਰਾਹ ਦੇ ਉੱਤੇ ਹੀ ਤੋਰ ਰਹੇ ਨੇ। ਇਸ ਕਰਕੇ ਉਹਨਾਂ ਨੇ ਸਿੱਖ ਨੂੰ ਨਹੀਂ, ਸਮੁੱਚੇ ਸੰਸਾਰ ਨੂੰ ਸੁਨੇਹਾ ਭੇਜਿਆ, ਜਗਤ ਜਲੰਦਾ ਰੱਖ ਲੈ, ਕਿਉਂਕਿ ਸਾਰੇ ਸੰਸਾਰ ਨੂੰ ਤਾਰਨਾ ਚਾਹੁੰਦੇ ਨੇ। ਵੱਖਰੀ ਗੱਲ ਹੈ ਕਿ ਹੁਣ ਜੇ ਕੋਈ ਤਰਨਾ ਹੀ ਨਹੀਂ ਚਾਹੁੰਦਾ, ਕਿਉਂਕਿ ਤਰੇਗਾ ਤਾਂ ਉਹੀ ਜਿਹੜਾ ਸਵਾਰ ਹੋਏਗਾ ਨਾਮ ਦੇ ਜਹਾਜ਼ ਉੱਪਰ। ਜੇ ਕੋਈ ਸਵਾਰ ਹੀ ਨਹੀਂ ਹੋਣਾ ਚਾਹੁੰਦਾ, ਕਿਨਾਰੇ ਉੱਪਰ ਖੜੇ ਹੋ ਕੇ ਕੋਈ ਮਨੁੱਖ ਨਹੀਂ ਤਰ ਸਕਦਾ। ਕਿਨਾਰੇ ਉੱਪਰ ਖੜੇ ਹੋ ਕੇ ਜਿਸ ਜਹਾਜ਼ ਉੱਪਰ ਉਹ ਸਵਾਰ ਨਹੀਂ ਹੋਇਆ, ਉਸ ਜਹਾਜ਼ ਦਾ ਰਟਨ ਕਰਕੇ, ਕੇਵਲ ਰਟਨ ਕਰੀ ਜਾਏ, ਕਿਨਾਰੇ ਤੇ ਖੜਾ ਰਹੇ, ਜਹਾਜ਼ ਮੂੰਹ ਚੋਂ ਉਚਾਰੀ ਜਾਵੇ ਕਿ ਉਹ ਜਹਾਜ਼ ਦੇ ਵਿੱਚ ਸਵਾਰ ਹੋਏ ਬਿਨਾਂ, ਚੜੇ ਬਿਨਾਂ ਸਾਗਰ ਪਾਰ ਕਰ ਜਾਏਗਾ। ਤਾਂ ਸਤਿਗੁਰ ਨੇ ਸਾਨੂੰ ਪ੍ਰੈਕਟੀਕਲ ਜੀਵਨ ਦਿੱਤਾ ਹੀ ਇਸ ਕਰਕੇ ਹੈ, ਤਾਂ ਕਿ ਚੜੇ ਸੋ ਉਤਰੇ ਪਾਰ। ਔਰ ਇਸ ਦੇ ਲਈ ਪਾਤਸ਼ਾਹ ਕਹਿੰਦੇ ਨੇ, ਉਸ ਅਕਾਲ ਪੁਰਖ ਦੀ ਕਿਰਪਾ ਤੋਂ ਪਹਿਲਾਂ ਮਨ ਦੇ ਵਿੱਚ ਭਰੋਸਾ। ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ। ਸ਼ਬਦ ਦੇ ਵਿੱਚ ਲੀਨ ਹੀ ਉਹ ਨੇ ਜਿਨ੍ਹਾਂ ਉੱਪਰ ਉਹਨਾਂ ਦੀ ਕਿਰਪਾ ਹੈ। ਕਿਰਪਾ ਕਿਹਨਾਂ ਉੱਪਰ ਹੈ? ਜਿਨ੍ਹਾਂ ਨੇ ਉਸ ਉੱਪਰ ਭਰੋਸਾ ਜਗਾਇਆ। ਜਿਸ ਨੇ ਭਰੋਸਾ ਹੀ ਨਹੀਂ ਜਗਾਇਆ, ਉਹ ਕਿਵੇਂ ਕਿਰਪਾ ਦਾ ਪਾਤਰ ਬਣੇਗਾ? ਮਹੱਲਾ ਚੌਥਾ। ਸਤਿਗੁਰ ਅੰਤਰ ਅਗਿਆਨ ਦੀ ਗੱਲ ਸਾਨੂੰ ਸਮਝਾ ਰਹੇ ਨੇ। ਹੁਣ ਅੰਤਰ ਅਗਿਆਨੀ ਕੌਣ ਹੈ? ਮਨਮੁਖ। ਮਨਮੁਖ ਕਿਉਂ ਹੈ ਪਾਤਸ਼ਾਹ? ਕਿਉਂਕਿ ਮਨਮੁਖ ਮਾਇਆ ਮੋਹ ਵਿਆਪੇ। ਮਨਮੁਖ ਮਾਇਆ ਮੋਹ ਕਿਹਦੇ ਕੋਲ ਹੈ? ਸਵਾਰਥੀ ਕੋਲ। ਮਾਇਆ ਦਾ ਮੋਹ ਵਿਆਪਿਆ ਕਿਹਨੂੰ ਹੈ? ਮਨਮੁਖ ਨੂੰ। ਮਨਮੁਖ ਕਿਉਂ? ਕਿਉਂਕਿ ਅੰਤਰ ਅਗਿਆਨ ਹੈ। ਅੰਤਰ ਅਗਿਆਨਤਾ ਦੀ ਅਵਸਥਾ ਦੇ ਵਿੱਚ ਉਹ ਮਨਮੁਖ ਕਿਉਂ ਹੈ? ਕਿਉਂਕਿ ਦੂਜੇ ਭਾਏ ਕਿਉਂ? ਕਿਉਂਕਿ ਮਨਮੁਆ ਥਿਰ ਨਾਹੀ। ਬੜੀ ਸਪਸ਼ਟ ਹੋ ਗਈ ਗੱਲ। ਦੁਨਿਆਵੀ ਮੋਹ ਦੀ ਮਾਇਆ ਦੇ ਵਿੱਚ ਫਸ ਗਿਆ, ਮਨਮੁਖ ਹੋ ਗਿਆ। ਮਨ ਇੱਕ ਥਾਂ ਨਹੀਂ ਟਿਕਿਆ ਕਿਉਂਕਿ ਗੁਰੂ ਤੇ ਭਰੋਸਾ ਨਹੀਂ ਜਗਿਆ। ਇਸ ਕਰਕੇ ਪ੍ਰੀਤ ਕਿੱਥੋਂ ਜਗੇਗੀ? ਪ੍ਰੀਤ ਕਿਸ ਦੇ ਨਾਲ ਹੈ? ਜਿਸ ਦੇ ਉੱਪਰ ਆਪਾਂ ਭਰੋਸਾ ਕਰਦੇ ਹਾਂ। ਜਿਸ ਦੇ ਉੱਤੇ ਭਰੋਸਾ ਹੀ ਨਹੀਂ ਹੈ, ਜੇ ਉਸ ਦੇ ਨਾਲ ਮਨੁੱਖ ਪ੍ਰੀਤ ਕਰ ਵੀ ਰਿਹਾ ਤਾਂ ਉਹ ਦਿਖਾਵੇ ਦੀ ਹੈ, ਔਰ ਜੇ ਕਰ ਰਿਹਾ ਤਾਂ ਮਤਲਬ ਕੋਈ ਸਵਾਰਥ ਹੈ ਉਹਦਾ। ਔਰ ਪ੍ਰੀਤ ਦੇ ਪਿੱਛੇ ਸਵਾਰਥ ਕੋਈ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਪ੍ਰੀਤ ਦੇ ਪਿੱਛੇ ਸਵਾਰਥ ਤਾਂ ਹੁੰਦਾ ਹੀ ਨਹੀਂ ਹੈ।
ਪ੍ਰੀਤ ਤਾਂ ਪ੍ਰਵਾਨ ਹੀ ਹੋਇਆ ਜਿਹਦੇ ਵਿੱਚ ਕੋਈ ਸਵਾਰਥ ਨਹੀਂ ਹੈ। ਜਿਸ ਨੇ ਆਪਣਾ ਸੀਸ ਦੇਣਾ ਉਸ ਨੇ ਪ੍ਰੀਤ ਨਿਭਾਉਣ ਲਈ ਸੀਸ ਦੇਣਾ, ਜਾਂ ਫਿਰ ਕੋਈ ਮੰਗ ਕਰਨੀ ਆਪਣੀ ਸੇਵਾ ਥੋੜ੍ਹੀ ਮੰਗਣ ਬਹੁਤਾ। ਲੋਕ ਸੇਵਾ ਕਰ ਰਹੇ ਨੇ ਕਿਉਂਕਿ ਮੰਗਣੀ ਹੈ, ਔਰ ਕਈ ਵਾਰੀ ਮੰਗ ਫਿਰ ਜ਼ਿਆਦਾ ਮੰਗ ਲਈ ਜਾਂਦੀ ਹੈ। ਇਹਦਾ ਮਤਲਬ ਫਿਰ ਸੇਵਾ ਮੰਗ ਦੇ ਪਿੱਛੇ ਸੀ। ਤੁਮ ਕਹੀਤ ਹੋ ਜਗਤ ਗੁਰ ਸੁਆਮੀ, ਹਮ ਕਹੀਤ ਹੈ ਕਲ ਯੁੱਗ ਕੇ ਕਾਮੀ। ਆਪਾਂ ਤਾਂ ਕਲ ਯੁੱਗ ਦੀ ਕਾਮਨਾ ਲੈ ਕੇ ਤੇਰੇ ਕੋਲ ਗਏ, ਜਦੋਂ ਵੀ ਗਏ ਚਲੀਆ ਕੱਟਾਂਗੇ, ਆਹ ਮੰਗ ਪੂਰੀ ਹੋ ਜਾਵੇ, ਪਾਠ ਕਰਾਵਾਂਗੇ ਇਹ ਮੰਗ ਪੂਰੀ ਹੋ ਜਾਏ, ਪਾਠ ਕਰਾਂਗੇ ਇਹ ਮੰਗ ਪੂਰੀ ਹੋ ਜਾਏ। ਔਰ ਫਿਰ ਅੱਗੋਂ ਗੁੰਮਰਾਹ ਕਰ ਦਿੱਤਾ ਗਿਆ, ਆਹ ਲੈ ਲਓ ਪਾਠ 21 ਦਿਨ ਕਰ ਲਿਓ, 31 ਦਿਨ ਕਰ ਲਿਓ। ਗੱਲ ਤਾਂ ਉੱਥੇ ਹੀ ਆ ਗਈ। ਫਿਰ ਨਾ ਨਿੱਜ ਗਿਆ, ਨਾ ਸਵਾਰਥ ਗਿਆ, ਨਾ ਪ੍ਰਤੀਤ ਆਈ ਗੁਰੂ ਦੇ ਪ੍ਰਤੀ, ਨਾ ਭਰੋਸਾ ਜਗਿਆ, ਤਾਂ ਪਿਆਰ ਕਿੱਥੋਂ? ਫਿਰ ਅਵਸਥਾ ਤਾਂ ਮਨਮੁਖ ਦੀ ਹੋਏਗੀ ਨਾ। ਤਾਂ ਸਤਿਗੁਰ ਕਹਿੰਦੇ ਨੇ ਕਿ ਜਿਸ ਦਾ ਮਨ ਹੀ ਸਥਿਰ ਨਹੀਂ ਹੈ ਉਹ ਫਿਰ ਕਰਦਾ ਕਿ ਅਨ ਦਿਨ ਜਲਤ ਰਹੇ, ਦਿਨ ਰਾਤੀ ਹੋ ਮੈਂ ਖਪੇ ਖਪਾਏ। ਫਿਰ ਗੱਲ ਖਪੇ ਖਪਾਏ ਦੀ ਹੈ। ਦਿਨ ਰਾਤੀ ਸੜ ਰਿਹਾ ਹੋ। ਕਿਉਂ ਸੜ ਰਿਹਾ? ਕਿਉਂਕਿ ਅੰਤਰ ਲੋਭ ਮਹਾ ਗੁਬਾਰਾ, ਤਿਨ ਕਹਿ ਨਿਕਟ ਨ ਕੋਈ ਜਾਏ। ਓਏ ਆਪ ਦੁਖੀ ਸੁਖ ਕਬਹੂ ਨ ਪਾਵੇ, ਜਨਮ ਮਰੇ ਮਰ ਜਾਏ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਏ। ਅੰਦਰ ਗੁਬਾਰ ਹੈ, ਗੁਬਾਰ ਹਨੇਰਾ ਹੈ, ਔਰ ਇਹ ਹਨੇਰਾ ਅਗਿਆਨਤਾ ਦਾ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨਾ ਮਾਜ ਰਾਗ ਦੇ ਵਿੱਚ ਪਾਤਸ਼ਾਹ ਤੀਜੇ, ਬਾਜ ਗੁਰੂ ਹੈ ਅੰਧ ਗੁਬਾਰਾ। ਗੁਰੂ ਤੋਂ ਬਿਨਾ ਅੰਧ ਗੁਬਾਰ ਹੈ। ਬਿਸਟਾ ਕੇ ਕੀੜੇ ਬਿਸਟਾ ਮੈਂ ਸਮਾਣੇ, ਮਨਮੁਖ ਮੁਗਧ ਗੁਬਾਰਾ। ਗੁਰੂ ਤੋਂ ਬਿਨਾ ਹਨੇਰਾ ਹੈ, ਕਿਉਂਕਿ ਗੁਰੂ ਗਿਆਨ ਦੀ ਰੋਸ਼ਨੀ ਦਿੰਦਾ ਹੈ। ਤਾਂ ਸਤਿਗੁਰਾਂ ਨੇ ਤਾਂ ਗੱਲ ਹੀ ਅਗਿਆਨਤਾ ਤੋਂ ਸ਼ੁਰੂ ਕੀਤੀ ਹੈ। ਅਗਿਆਨਤਾ ਗੁਬਾਰ ਦੀ ਹੀ ਨਿਸ਼ਾਨੀ ਹੈ। ਐਸਾ ਮਨੁੱਖ ਸੁਖੀ ਕਿਵੇਂ ਹੋ ਸਕਦਾ ਹੈ? ਐਸਾ ਮਨੁੱਖ ਦੁਨਿਆਵੀ ਸੁੱਖ ਦੇ ਪਿੱਛੇ ਹੀ ਦੌੜਦਾ ਨਜ਼ਰ ਆਏਗਾ, ਪਰ ਦੁਨਿਆਵੀ ਸੁੱਖ ਦੇ ਪਿੱਛੇ ਦੌੜਦਾ ਦੌੜਦਾ ਮਨੁੱਖ ਕਦੀ ਵੀ ਸੁੱਖ ਨਹੀਂ ਪਾ ਸਕੇਗਾ। ये जो बड़े बड़े दीसे लोग, इन्हें व्यापे चिंता रोग, इन्हें सुख साधन कर लेने तो बाद भी की कोई मनुख सुखी नजर आया? और जिसने नाम सिमरिया अपनी डोर प्रभु के हवाले कर दी, वो हर हाल विच सुखी ही सुखी है, क्योंकि दुख होंदियां होया भी दुख उसनूं व्याप नहीं सकिया। गल समझ लग गई। पौड़ी संत भगत परवान जो प्रभ भाया, गल तो उस अकाल पुरख नूं भा जाणदी है, उसनूं प्रवान होंदी है। भगती कबूल हो गई तो पा गया, तीर्थ कबूल हो गया तो नहा गया। लोग वो तीर्थ नहा रहे, लोग उस तीर्थ ते जा रहे हैं जिथे शरीर नूं नहा के मनुख अपने आप नूं कबूल करवाना चाहते हैं, प्रवान करना चाहते हैं। ये अंतर अज्ञानता की ही अवस्था है, होर काड़ी अवस्था है। तो फिर होमे कित्थों जगदी? जे एक पाओ लत्थी नातियां दोए पाए चढ़िए होर। सतगुर फिर फैसला देंदे ने। पातशाह कहंदे सही बिचखण जंत जिन हर त्याया। बिचखण की है? मनुख दी चतुराई, मनुख दी सियाणपता। ते सियाणपता किहदे कोल है? चातुर कौन बनदा? पंडित या झोला पा के। वो मनुख जिस दे कोल संतपुणा है नहीं, चतुराई दे नाल वो अपने आप नूं साबित करना चाहता है। जिवें माज राग दे विच पातशाह ने कहा रूपवंत सासुगड़ बचखण। अपने आप नूं किहड़ी अवस्था दे विच मनुख सुंदर समझदा है, सियाणा समझदा है। सही बचखण जंत जिन हर त्याया। सतगुर कहंदे ने अंदर अज्ञानता अगर दूर हो गई है, मनमुखता अगर कोल नहीं रही, अपनी सियाणप अगर त्याग दित्ती गई है, तज दित्ती गई है, तो पातशाह कहंदे ने फिर अकाल पुरख के नाम दी ध्याउणा शुरू हो गई है। इस करके सही बचखण उही ने सियाणे, वो मनुखो जीवात्मा सियाणियां ने जिन्हां दे कोल अकाल पुरख के नाम की आराधना है। ऐसियां दा भोजन की अमृत नाम निधान भोजन खाया, संत जना की धूर मस्तक लाया। नानक भये पुनीत हर तीर्थ नाया। इस तरह का तीर्थ अकाल पुरख के नाम का तीर्थ, जिथे शरीर के इशनान का कोई संबंध ही नहीं है। तीर्थ नाल तां शरीर के इशनान का कोई दूरों परियों भी वास्ता नहीं है, कोई संबंध ही नहीं है। लेकिन नहीं समझ लग रही, नहीं समझ लग रही तो होमे दे विच विचरेगा। नहीं समझ लग रही उसका कारण अंतर अज्ञानता है। मनुख की बाहरली अज्ञानता भी जदों दा कोई काम नहीं सवार सकती, तो अंतर अज्ञानता तो बिल्कुल ही उसनूं परमात्मा नाल नहीं मिला सकती। इस करके सतगुर ने अंतर अज्ञानता नूं दूर करके उस सियाणप की गल कीती है जिहड़ी
ਸਹੀ ਬਚਕਣ ਜੰਤ ਜਿਨ ਹਰ ਧਿਆਇਆ ਉਹੀ ਸਿਆਣੇ ਹੋ ਸਕਣਗੇ, ਜਿਨ੍ਹਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਹੋਏਗਾ, ਗੁਬਾਰ ਦੂਰ ਹੋਏਗਾ ਅਕਾਲ ਪੁਰਖ ਦੇ ਧਿਆਉਣ ਦੇ ਨਾਲ, ਉਸ ਦੀ ਸਿਮਰਨਾ ਦੇ ਨਾਲ। ਐਸੇ ਹੀ ਮਨੁੱਖ ਸਮਝ ਲਓ ਕਿ ਤੀਰਥ ਉੱਪਰ ਨਹਾ ਗਏ, ਉਹਨਾਂ ਨੂੰ ਫਿਰ ਜਿਸਮਾਨੀ ਤੌਰ ਪਰ ਕਿਸੇ ਨਦੀ ਨਾਲੇ ਉੱਪਰ ਜਾਣ ਦੀ ਲੋੜ ਨਹੀਂ, ਕਿਉਂਕਿ ਉਹ ਭਾ ਗਏ ਪਰਮਾਤਮਾ ਨੂੰ ਔਰ ਨਹਾ ਗਏ ਤੀਰਥ। ਤੀਰਥ ਨਾਵਾਂ ਜੇ ਤਿਸ ਪਾਵਾਂ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਬਹੁਤ ਸ਼ੁਕਰਾਨਾ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਉੱਤੇ ਵਿਚਾਰ ਕਰਦੇ ਹੋਇਆਂ ਆਪ ਜੀ ਦੇ ਦਾਸ ਪਾਸੋਂ ਅਨੇਕਾਂ ਹੀ ਪ੍ਰਕਾਰ ਦੀਆਂ ਜੋ ਭੁੱਲਾਂ ਚੁੱਕਾਂ ਗੁਸਤਾਖੀਆਂ ਹੋਈਆਂ ਨੇ, ਉਸ ਦੇ ਲਈ ਮੈਂ ਆਪ ਜੀ ਦਾ ਦਾਸ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਖਿਮਾ ਮੰਗਦਾ। ਤੋ ਆਓ ਜੀ ਫਰੋਲਦੇ ਹਾਂ ਅੱਜ ਦੇ ਇਤਿਹਾਸਕ ਦਿਹਾੜੇ, ਜਿਨ੍ਹਾਂ ਦਾ ਸੰਬੰਧ ਸਿੱਖ ਇਤਿਹਾਸਕਤਾ ਦੇ ਨਾਲ ਹੈ। ਅੱਜ ਦੇ ਦਿਨ ਭਾਵ 24 ਸਤੰਬਰ, ਅੱਜ 24 ਸਤੰਬਰ 2011 ਹੈ। 24 ਸਤੰਬਰ 1896 ਵਾਲੇ ਦਿਨ ਸਿੱਖ ਕੌਮ ਦੇ ਇੱਕ ਮਹਾਨ ਵਿਦਵਾਨ ਪ੍ਰੋਫੈਸਰ ਗੁਰਮੁਖ ਸਿੰਘ ਸਾਹਿਬ ਜੀ ਦੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਸਿੰਘ ਸਭਾ ਲਹਿਰ ਦੇ ਨਾਲ ਆਪ ਜੁੜੇ ਹੋਏ ਸਨ। ਭਾਈ ਸਾਹਿਬ ਜੀ ਦਾ ਜਨਮ ਅਪ੍ਰੈਲ ਮਹੀਨੇ ਦਾ ਹੈ 1849। ਆਪ ਜੀ ਕਪੂਰਥਲੇ ਵਿਖੇ ਆਪ ਜੀ ਦਾ ਜਨਮ ਹੋਇਆ ਸੀ। ਆਪ ਜੀ ਦੇ ਪਿਤਾ ਜੀ ਦਾ ਨਾਮ ਭਾਈ ਵਸਾਵਾ ਸਿੰਘ ਜੀ ਸੀ, ਜੋ ਰਾਜਾ ਨਿਹਾਲ ਸਿੰਘ ਜੀ ਕਪੂਰਥਲਾ ਦੇ ਲਾਂਗਰੀ ਵੀ ਦੱਸੇ ਗਏ ਨੇ। ਪ੍ਰੋਫੈਸਰ ਗੁਰਮੁਖ ਸਿੰਘ ਜੀ ਹੁਣਾਂ ਨੇ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਚਾਰ ਦੇ ਪਿੱਛੇ ਜੋ ਹੋ ਰਿਹਾ ਸੀ, ਉਸ ਤੋਂ ਕਾਫੀ ਉਹਨਾਂ ਨੇ ਗਹਿਰਾ ਸਦਮਾ ਮਹਿਸੂਸ ਕੀਤਾ ਸੀ ਔਰ ਪੰਥਕ ਉન્નਤੀ ਦੇ ਲਈ ਫਿਰ ਉਹਨਾਂ ਨੇ ਪੰਥਕ ਕੰਮ ਉਸਾਰਨ ਦੇ ਲਈ, ਪੰਜਾਬੀ ਬੋਲੀ ਦੇ ਵਿੱਚ ਕੌਮੀ ਸਾਹਿਤ ਨੂੰ ਪੈਦਾ ਕਰਨ ਦੇ ਲਈ, ਸਿੱਖਾਂ ਨੂੰ ਧਾਰਮਿਕ ਅਤੇ ਵਿਹਾਰਕ ਵਿੱਦਿਆ ਦੇਣ ਦੇ ਲਈ, ਅਨਮਤ ਜਾਂ ਮਨਮਤ ਦੇ ਵਿੱਚ ਘੁਲ ਮਿਲ ਰਹੇ ਸਿੱਖਾਂ ਨੂੰ ਇੱਕ ਪਾਸਿਓਂ ਸਿੱਖੀ ਦੇ ਪੱਖੋਂ ਪੱਕੇ ਕਰਨ ਦੇ ਲਈ ਔਰ ਅਨਮਤ ਅਤੇ ਮਨਮਤ ਦੀ ਇਸ ਘੋਲ ਨੂੰ ਖਤਮ ਕਰਨ ਦੇ ਲਈ, ਵਕਤ ਦੀ ਅੰਗਰੇਜ਼ੀ ਹਕੂਮਤ ਦਾ ਬਿਨਾਂ ਵਿਰੋਧ ਕੀਤੇ ਸਿੱਖ ਧਰਮ ਦੇ ਪ੍ਰਚਾਰ ਦੀਆਂ ਜੜ੍ਹਾਂ ਨੂੰ ਪਤਾਲ ਦੇ ਵਿੱਚ ਲਾਉਣ ਦੇ ਲਈ ਭਾਈ ਸਾਹਿਬ ਨੇ ਆਪਣੀ ਵਿਚਾਰ ਨੀਤੀਆਂ ਨੂੰ ਸ਼ੁਰੂ ਕੀਤਾ। ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਦਾ ਪਹਿਲਾ ਕੰਮ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਨੂੰ ਮੁੜ ਨਵੇਂ ਸਿਰਿਓਂ ਸੁਰਜੀਤ ਕਰਨਾ ਸੀ। ਇਸ ਕੰਮ ਦਾ ਮੁੱਢ ਤੋੜਨ ਦੇ ਲਈ ਉਹਨਾਂ ਨੇ ਭਾਈ ਕਰਮ ਸਿੰਘ ਜੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਅਤੇ ਸਰਦਾਰ ਠਾਕੁਰ ਸਿੰਘ ਜੀ ਸੰਧਾਵਲੀਆਂ ਦੇ ਨਾਲ ਮੁਲਾਕਾਤ ਕੀਤੀ। ਸਿੰਘ ਸਭਾ ਦੀ ਉન્નਤੀ ਦੇ ਨਾਲੋਂ ਹੀ ਨਾਲ ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਕਿ ਅੰਮ੍ਰਿਤਸਰ ਦੇ ਵਿੱਚ ਸਿੱਖ ਲੜਕਿਆਂ ਦੇ ਲਈ ਮਿਸ਼ਨ ਸਕੂਲ ਦੇ ਮੁਕਾਬਲੇ ਦੇ ਉੱਤੇ ਇੱਕ ਵੱਖਰਾ ਸਿੱਖ ਸਕੂਲ ਕਾਇਮ ਕੀਤਾ ਜਾਵੇ। ਦੂਜੇ ਇਹ ਵੀ ਕਿਹਾ ਕਿ ਅਜਮਨ ਪੰਜਾਬ ਦੀ ਜੋ ਇਸ ਵਕਤ ਪੰਜਾਬੀ ਯੂਨੀਵਰਸਿਟੀ ਦੀ ਸ਼ਕਲ ਦੇ ਵਿੱਚ ਬਦਲ ਰਹੀ ਹੈ, ਹਰ ਮੁਮਕਿਨ ਤਰੀਕੇ ਦੇ ਨਾਲ ਮਦਦ ਕੀਤੀ ਜਾਵੇ। ਗੁਰਮੁਖ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਓਰੀਐਂਟਲ ਕਾਲਜ ਦੇ ਵਿੱਚ ਪ੍ਰੋਫੈਸਰ ਵੀ ਰਹੇ ਔਰ ਇਸ ਦੌਰਾਨ ਵੀ ਆਪ ਜੀ ਨੂੰ ਕਈ ਜਗ੍ਹਾ ਉੱਪਰ ਸਿਆਸਤ ਦਾ ਸ਼ਿਕਾਰ ਹੋਣਾ ਪਿਆ। ਗੁਰਮੁਖ ਸਿੰਘ ਜੀ ਨੇ ਪੰਜਾਬੀ ਪੱਤਰਕਾਰੀ ਦੇ ਵਿੱਚ ਵੀ ਪਹਿਲ ਕਦਮੀ ਕੀਤੀ ਔਰ ਗੁਰਮੁਖੀ ਅਖਬਾਰ 1890 ਦੇ ਵਿੱਚ, ਵਿਦਿਆਰਕ ਪੰਜਾਬ ਇਹ ਵੀ 1890 ਦੇ ਵਿੱਚ, ਰਸਾਲਾ ਸੁਧਾਰਕ ਅਤੇ ਖਾਲਸਾ ਗਜਟ ਇਹ 1896 ਦੇ ਵਿੱਚ ਆਪ ਜੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ। ਇਹਨਾਂ ਤੋਂ ਇਲਾਵਾ ਇੱਕ ਹੋਰ ਪੱਤਰ ਖਾਲਸਾ ਅਖਬਾਰ 1895 ਦੇ ਵਿੱਚ ਆਪ ਜੀ ਨੇ ਸਿੰਘ ਸਭਾ ਲਾਹੌਰ ਵੱਲੋਂ ਕੱਢਿਆ। ਇਹ ਪੰਜੇ ਹੀ ਪੱਤਰ ਪੰਜਾਬੀ ਬੋਲੀ ਦੇ ਸਾਹਿਤ ਦੇ ਵਿੱਚ ਵਾਧਾ ਕਰਨ ਦੇ ਲਈ ਸਨ। ਜਿਵੇਂ ਕਿ ਹੁੰਦਾ ਹੀ ਹੈ ਕਿ ਹਰ ਵਿਦਵਾਨ ਉੱਪਰ ਦੂਸ਼ਣ ਲੱਗਦੇ ਨੇ, ਆਪ ਜੀ ਉੱਪਰ ਵੀ ਲੱਗੇ। ਇੰਜ ਹੀ ਹੁੰਦਾ ਆਇਆ ਹੈ। ਹਰ ਸ਼ਹੀਦ ਹੋਣ ਤੋਂ ਪਹਿਲਾਂ ਗੱਦਾਰ ਰਖਵਾਇਆ ਹੈ। ਗੁਰਮੁਖ ਸਿੰਘ ਜੀ ਦੇ ਖਿਲਾਫ ਮੌਕੇ ਦੀ ਭਾਲ ਹੋਣ ਲੱਗ ਪਈ ਔਰ ਆਪ ਜੀ ਦਾ ਵਿਰੋਧ ਵੀ ਡਟ ਕੇ ਹੋਇਆ। ਇੱਥੋਂ ਤੱਕ ਵੀ ਵਿਉਂਤਾਂ ਘੜੀਆਂ ਗਈਆਂ ਕਿ ਇਸ ਨੂੰ ਠੱਲ ਪਾਈ ਜਾਏ, ਰੋਕਿਆ ਜਾਵੇ। ਬਹੁਤ ਅੱਗੇ ਵੱਧ ਰਿਹਾ। ਦੋਸ਼ ਇਹ ਲਗਾਏ ਗਏ ਕਿ ਆਪ ਗੁਰਮਤ ਦਾ ਠੀਕ ਤਰ੍ਹਾਂ ਪ੍ਰਚਾਰ ਨਹੀਂ ਕਰਦੇ। ਇਹ ਉਹ ਦੌਰ ਸੀ ਜਿਸ ਵਕਤ ਸਿੰਘ ਸਭਾ ਲਾਹੌਰ ਦੇ ਵਿੱਚ ਫੁੱਟ ਵੀ ਪੈ ਗਈ ਸੀ ਔਰ ਇੱਕ ਵਕਤ ਐਸਾ ਵੀ ਆਇਆ ਜਦੋਂ ਗੁਰਮੁਖ ਸਿੰਘ ਜੀ ਇਕੱਲੇ ਹੀ ਪ੍ਰਚਾਰ ਦੇ ਮੈਦਾਨ ਦੇ ਵਿੱਚ ਡਟੇ ਰਹੇ। ਇਹ ਉਹ ਸਮਾਂ ਸੀ ਜਿਸ ਵਕਤ ਉਹਨਾਂ ਲੋਕਾਂ ਨੇ ਜਿਹੜੇ ਕਿ ਉਹਨਾਂ ਦੇ ਪ੍ਰਚਾਰ ਤੋਂ ਖੁਸ਼ ਨਹੀਂ ਸਨ, ਉਹਨਾਂ ਨੂੰ ਮੌਕਾ ਮਿਲਿਆ ਔਰ ਉਹਨਾਂ ਦੇ ਖਿਲਾਫ ਇੱਕ ਇਸ਼ਤਿਹਾਰ ਵੀ ਛਪਵਾ ਕੇ ਵੰਡਿਆ ਗਿਆ, ਜਿਸ ਦੇ ਵਿੱਚ ਇਹ ਦੂਸ਼ਣ ਲਗਾਏ ਗਏ ਕਿ ਪ੍ਰੋਫੈਸਰ ਗੁਰਮੁਖ ਸਿੰਘ ਸਾਹਿਬਜ਼ਾਦਿਆਂ ਦਾ ਪੂਰਾ ਸਨਮਾਨ ਨਹੀਂ ਕਰਦੇ,
ਜਨਮ ਸਾਖੀ ਬਾਲਾ ਦੇ ਵਿੱਚ ਸੁਮੇਲ ਪਰਬਤ ਨੂੰ ਝੂਠੀ ਕਲਪਨਾ ਮੰਨਦੇ ਨੇ। ਬਚਿੱਤਰ ਨਾਟਕ ਨੂੰ ਗੁਰਬਾਣੀ ਨਹੀਂ ਮੰਨਦੇ। 26-27 ਫਰਵਰੀ 1887 ਨੂੰ ਸਿੰਘ ਸਭਾ ਲਾਹੌਰ ਦੇ ਜਲਸੇ ਦੇ ਵਿੱਚ 24 ਅਵਤਾਰਾਂ ਦੀਆਂ ਤਸਵੀਰਾਂ ਲਗਾ ਕੇ ਉਹਨਾਂ ਦਾ ਖੰਡਨ ਕਿਉਂ ਕੀਤਾ ਗਿਆ? ਇੱਕ ਮੁਸਲਮਾਨ ਹੋਏ ਵਿਅਕਤੀ ਨੂੰ ਦੀਵਾਨ ਵੱਲੋਂ ਸਿੰਘ ਕਿਉਂ ਸਜਾਇਆ ਗਿਆ? ਭਾਈ ਸਾਹਿਬ ਨੇ ਖਾਲਸਾ ਅਖਬਾਰ ਦੇ ਇੱਕ ਪਰਚੇ ਦੇ ਵਿੱਚ ਲਿਖਿਆ ਸੀ ਕਿ ਗੁਰਦੁਆਰਿਆਂ ਦੇ ਵਿੱਚ ਸ਼ਸਤਰਨ ਪੂਜਾ ਦਾ ਰਿਵਾਜ ਹੈ। ਆਪਾਂ ਕਿਸੇ ਵੀ ਕਿਸਮ ਦੀ ਮੂਰਤੀ ਪੂਜਾ ਨਹੀਂ ਕਰਨੀ ਜੋ ਗੁਰਮਤਿ ਦੇ ਉਲਟ ਹੈ। ਇਸ ਕਰਕੇ ਸ਼ਸਤਰਾਂ ਨੂੰ ਆਪਾਂ ਗੁਰੂ ਦੇ ਸ਼ਸਤਰ ਜਾਣ ਕੇ ਸਤਿਕਾਰ ਕਰਨਾ ਹੈ। ਇਸ ਤਰ੍ਹਾਂ ਦੇ ਕਈ ਹੋਰ ਉਹਨਾਂ ਉੱਪਰ ਦੋਸ਼ ਲਗਾਏ ਔਰ ਇੱਕ ਵਕਤ ਐਸਾ ਵੀ ਆਇਆ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਦੇ ਵਿੱਚੋਂ ਛੇਕ ਵੀ ਦਿੱਤਾ ਗਿਆ। ਭਾਈ ਗੁਰਮੁਖ ਸਿੰਘ ਜੀ ਦਾ ਅਕਾਲ ਤਖਤ ਸਾਹਿਬ ਵੱਲੋਂ ਛੇਕਿਆ ਜਾਣਾ ਵੱਡੀ ਸਭਾ ਅਰਥਾਤ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਧੜੇ ਦੇ ਹੀ ਇੱਕ ਆਦਮੀ ਸਨ। ਇਸ ਲਈ ਬਹੁਤ ਸੰਮਤੀ ਦੇ ਨਾਲ ਫਰੀਦਕੋਟ ਦਾ ਫੈਸਲਾ ਹੀ ਅੱਖਰ ਬਰ ਅੱਖਰ ਸਹੀ ਰੱਖਿਆ ਗਿਆ। ਇਹ ਉਹ ਸਮਾਂ ਸੀ ਜਿਸ ਵਕਤ ਗਿਆਨੀ ਦਿੱਤ ਸਿੰਘ ਜੀ ਹੁਣਾਂ ਨੇ ਵੀ ਆਪ ਜੀ ਦਾ ਸਾਥ ਦਿੱਤਾ। ਆਪ ਖਾਲਸਾ ਅਖਬਾਰ ਦੇ ਐਡੀਟਰ ਵੀ ਸਨ ਔਰ ਉਹਨਾਂ ਨੇ ਇਸ ਪੱਤਰ ਦੇ ਵਿੱਚ ਭਾਈ ਗੁਰਮੁਖ ਸਿੰਘ ਜੀ ਦੀ ਜੋ ਛੇਕਿਆ ਗਿਆ ਸੀ ਔਰ ਜਿਹੜੇ ਛੇਕਣ ਵਾਲੇ ਪਿੱਛੇ ਸਨ ਪੁਜਾਰੀ ਟਪਕੇ ਦੇ ਵਿਅਕਤੀ ਜਾਂ ਕੋਈ ਹੋਰ ਜਾਂ ਉਸ ਧੜੇ ਦੇ ਵਿਅਕਤੀ ਜਿਹੜੇ ਕਿ ਉਹਨਾਂ ਦੇ ਪ੍ਰਚਾਰ ਦੇ ਨਾਲ ਸਹਿਮਤ ਨਹੀਂ ਸਨ, ਇਸ ਦੀ ਅਸਲੀਅਤ ਗਿਆਨੀ ਦਿੱਤ ਸਿੰਘ ਜੀ ਨੇ ਪਾਠਕਾਂ ਨੂੰ ਖੋਲ੍ਹ ਕੇ ਆਪਣੇ ਪਰਚੇ ਖਾਲਸਾ ਅਖਬਾਰ ਦੇ ਵਿੱਚ ਦੱਸੀ। ਫਰੀਦਕੋਟ ਦੇ ਇਕੱਠ ਤੋਂ ਲੈ ਕੇ ਅੰਮ੍ਰਿਤਸਰ ਦੇ ਫੈਸਲੇ ਤੱਕ ਭਾਈ ਗੁਰਮੁਖ ਸਿੰਘ ਦੇ ਅਕਾਲ ਤਖਤ ਤੋਂ ਖਾਰਿਜ ਕੀਤੇ ਜਾਣ ਦਾ ਸਾਰਾ ਕਿੱਸਾ ਸੁਪਨ ਨਾਟਕ ਦੇ ਇੱਕ ਹੈਡਿੰਗ ਹੇਠ ਉਹਨਾਂ ਨੇ ਹਾਸ ਰਸੀ ਢੰਗ ਦੇ ਨਾਲ ਕਲਮਬੰਦ ਕਰਕੇ ਆਪਣੀ ਅਖਬਾਰ ਦੇ ਵਿੱਚ ਛਾਪ ਦਿੱਤਾ। ਇਸ ਹੈਡਿੰਗ ਦੇ ਹੇਠ ਉਹਨਾਂ ਨੇ ਰਾਜਾ ਬਿਕਰਮ ਸਿੰਘ, ਬਾਬਾ ਖੇਮ ਸਿੰਘ, ਗਿਆਨੀ ਝੰਡਾ ਸਿੰਘ, ਗਿਆਨੀ ਸੰਤ ਸਿੰਘ, ਬਾਬਾ ਸੁਮੇਲ ਸਿੰਘ ਮਹੰਤ ਪਟਨਾ, ਬਾਬਾ ਉਦੇ ਸਿੰਘ ਬੇਦੀ ਕਪੂਰਥਲਾ ਆਦਿ ਮੋਢੀਆਂ ਬਾਰੇ ਬੜੀ ਵਿਸ਼ਾਲਤਾ ਦੇ ਨਾਲ ਜਾਣਕਾਰੀ ਦਿੱਤੀ। ਜਿਸ ਵਕਤ ਇਹ ਪ੍ਰਕਾਸ਼ਿਤ ਹੋਇਆ ਤਾਂ ਬਾਬਾ ਉਦੇ ਸਿੰਘ ਬੇਦੀ ਨੇ ਇਸ ਦੇ ਵਿੱਚ ਆਪਣਾ ਅਪਮਾਨ ਸਮਝਿਆ, ਜਿਸ ਕਰਕੇ ਲਾਹੌਰ ਅਦਾਲਤ ਦਾ ਵੀ ਉਹਨਾਂ ਨੇ ਬੂਹਾ ਖੜਕਾਇਆ। ਇਸ ਲਾਹੌਰ ਅਦਾਲਤ ਦੇ ਵਿੱਚ ਉਹਨਾਂ ਨੇ ਇੱਜ਼ਤ ਹੱਤਕ ਦਾ ਮੁਕੱਦਮਾ ਵੀ ਚੱਲਿਆ। ਆਖਿਰ ਦੇ ਵਿੱਚ ਫੈਸਲਾ ਹੋਣ ਦਿੱਤੇ ਗਿਆਨੀ ਦਿੱਤ ਸਿੰਘ ਨੂੰ ਅਦਾਲਤ ਵੱਲੋਂ 51 ਰੁਪਏ ਜੁਰਮਾਨਾ ਵੀ ਹੋਇਆ। ਉਸ ਵਕਤ 51 ਰੁਪਏ ਪਿੱਛੋਂ ਉੱਪਰਲੀ ਅਦਾਲਤ ਦੇ ਵਿੱਚ ਅਪੀਲ ਕਰਨ ਦੇ ਉੱਤੇ ਗਿਆਨੀ ਦਿੱਤ ਸਿੰਘ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਫਿਰ 100 ਸਾਲਾਂ ਬਾਅਦ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੂੰ ਵਾਪਸ ਵੀ ਪੰਥ ਦੇ ਵਿੱਚ ਲੈ ਲਿਆ ਗਿਆ ਸੀ। ਉਹਨਾਂ ਦੀ ਮੌਤ ਤੋਂ ਬਾਅਦ ਪ੍ਰੋਫੈਸਰ ਗੁਰਮੁਖ ਸਿੰਘ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਦੇ ਵਿੱਚ ਖਾਸੇ ਕਰਜ਼ੇ ਦੇ ਵਿੱਚ ਆ ਗਏ ਸਨ। ਬਿਮਾਰੀ ਦੀ ਹਾਲਤ ਦੇ ਵਿੱਚ ਖਾਸੇ ਕਮਜ਼ੋਰ ਹੋ ਗਏ ਸਨ ਔਰ ਆਖਰੀ ਵਕਤ ਤੱਕ ਵੀ ਉਹ ਸਿੱਖ ਕੌਮ ਦੇ ਲਈ ਜਦੋਜਹਿਦ ਕਰਨਾ ਚਾਹੁੰਦੇ ਸਨ, ਲੇਕਿਨ ਸਰੀਰ ਨੇ ਆਖਰ ਇਜਾਜ਼ਤ ਨਹੀਂ ਦਿੱਤੀ। ਅੱਜ ਦੇ ਦਿਨ ਆਪ ਜੀ ਦਾ ਦੇਹਾਂਤ ਹੋ ਗਿਆ ਸੀ। ਅੱਜ ਦੇ ਦਿਨ ਭਾਵ 24 ਸਤੰਬਰ 1980 ਵਾਲੇ ਦਿਨ ਉਸ ਵਕਤ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜੀ ਟੋਹੜਾ ਹੁਣਾਂ ਨੇ ਉਸ ਵਕਤ ਮੁਲਾਕਾਤ ਕੀਤੀ ਸੀ ਉਸ ਵਕਤ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਦੇ ਨਾਲ ਅੱਜ ਦੇ ਦਿਨ। ਔਰ ਇਸ ਮੁਲਾਕਾਤ ਦੇ ਦੌਰਾਨ ਉਹਨਾਂ ਨੇ ਮੰਗ ਕੀਤੀ ਸੀ ਬੀਬੀ ਇੰਦਰਾ ਗਾਂਧੀ ਪਾਸੋਂ ਕਿ ਅੰਮ੍ਰਿਤਸਰ ਇੱਕ ਪਵਿੱਤਰ ਨਗਰ ਹੈ, ਇਸ ਨੂੰ ਪਵਿੱਤਰ ਨਗਰ ਐਲਾਨ ਕਰਨ ਦੇ ਵਿੱਚ ਤੁਹਾਨੂੰ ਕਿਸ ਗੱਲ ਦਾ ਸ਼ੁਬਾ ਹੈ, ਕਿਉਂ ਨਹੀਂ ਕਰ ਰਹੇ? ਇੰਦਰਾ ਗਾਂਧੀ ਨੇ ਜਥੇਦਾਰ ਟੋੜਾ ਹੁਣਾਂ ਦੀ ਇਸ ਗੱਲ ਨੂੰ ਸਵੀਕਾਰ ਨਹੀਂ ਸੀ ਕੀਤਾ ਉਸ ਵਕਤ ਔਰ ਆਨਾਕਾਨੀ ਕਰ ਗਏ ਸਨ। ਇਸ ਗੱਲ ਨੂੰ ਲੈ ਕੇ ਸਿੱਖਾਂ ਦੇ ਵਿੱਚ ਖਾਸਾ ਰੋਸ ਸੀ। ਫਿਰ ਇਸ ਕਮਾਂਡ ਨੂੰ ਦਲ ਖਾਲਸਾ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੇ ਲਈ ਜਦੋਜਹਿਦ ਕਰਨ ਦਾ ਫੈਸਲਾ ਕੀਤਾ ਗਿਆ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਮਿਲ ਕੇ ਦਲ ਖਾਲਸਾ ਨੇ ਬਕਾਇਦਾ ਇਸ ਗੱਲ ਦਾ ਐਲਾਨ ਕਰਦੇ ਹੋਏ ਅਲਟੀਮੇਟਮ ਦਿੱਤਾ ਕਿ 31 ਮਈ 1981 ਨੂੰ ਉਹ ਆਪਣੀ ਇਸ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਮੰਗ ਨੂੰ ਲੈ ਕੇ ਬਕਾਇਦਾ ਇੱਕ ਰੋਸ ਮਾਰਚ ਕਰਨ